पर मीडिया ਦੇ ਵਿੱਚ ਜੋ ਕੁਝ ਵਿਖਾਇਆ ਜਾ ਰਿਹਾ ਭਾਜੀ ਵੀ ਉਹ ਬਹੁਤ ਡਰਾਉਣਾ ਹੈਗਾ। ਉਹ ਜਦੋਂ ਗੋਲੇ ਸਿੱਟਦੇ ਜਦੋਂ ਵਿਖਾਉਂਦੇ ਜਹਾਜ਼ਾਂ ਦੀ ਵੀਡੀਓ ਵਗੈਰਾ ਪੁਰਾਣੀਆਂ ਕੋਈ ਵੀਡੀਓ ਵਿਖਾਉਂਦੇ ਨੇ ਤਾਂ ਲੋਕਾਂ ਨੂੰ ਇਹ ਲੱਗਦਾ ਵਾਕਈ ਉੱਥੇ ਯੂਕਰੇਨ 'ਚ ਡਿੱਗ ਰਹੇ ਨੇ ਗੋਲੇ ਅਤੇ ਉਹਦੇ ਨਾਲ ਲੋਕਾਂ 'ਚ ਡਰ ਪੈਦਾ ਹੋ ਰਿਹਾ। ਉਹਨੂੰ ਕੋਈ ਟ੍ਰਾਂਜ਼ਿਟ ਵੀਜ਼ਾ ਜਾਂ ਇਸ ਤਰ੍ਹਾਂ ਦਾ ਨਾਂ ਦੇਣਾ ਕਹਿੰਦੇ ਅਤੇ ਉਹ ਕਹਿੰਦੇ ਵੀ ਸਾਡਾ ਉਹ ਵੀਜ਼ੇ ਦਾ ਟਾਈਮ ਖਤਮ ਹੋ ਗਿਆ ਅਤੇ ਸਾਨੂੰ ਉਹ ਵੀਜ਼ੇ ਨਾ ਮਿਲਣ ਕਰਕੇ ਸਾਡੀ ਟਿਕਟ ਵੀ ਕੈਂਸਲ ਹੋ ਗਈ। ਉਹ ਜਿਹੜੀ ਕੰਪਨੀ ਨੇ ਬੁਕਿੰਗ ਕਰਾਤੀ ਕਨਫਰਮ ਵੀ ਹੋ ਗਈ ਲੇਕਿਨ ਬਾਅਦ ਵਿੱਚ ਉਹ ਜਿਹੜੀ ਏਅਰਲਾਈਨ ਸੀਗੀ ਉਹ ਕਹਿੰਦੀ ਵੀ ਸਾਡੀਆਂ ਅਸੀਂ ਜਾ ਨਹੀਂ ਸਕਦੇ ਜਾਂ ਕੋਈ ਕਾਰਨ ਉਹਨਾਂ ਨੇ ਕਿਤੇ ਉਹ ਟਿਕਟ ਵੀ ਰੱਦ ਹੋ ਗਈ। ਉਸ ਅੰਬੈਸੀ ਵੱਲੋਂ ਕੋਈ ਅਫੀਸ਼ੀਅਲ ਇਸ ਤਰ੍ਹਾਂ ਦੀ ਕੋਈ ਪੋਸਟ ਨਹੀਂ ਪਾਏਗੀ ਵੀ ਸਾਡੇ 3 ਜਹਾਜ਼ ਆ ਰਹੇ ਆ ਤੁਸੀਂ ਬੇਫਿਕਰ ਹੋ ਜਾਓ ਵੀ ਅਸੀਂ ਤੁਹਾਨੂੰ ਲੈ ਕੇ ਜਾਂਦੇ ਰਹਾਂਗੇ। ਅਤੇ 14 ਲੱਖ ਰੁਪਈਆ 20 ਲੱਖ ਰੁਪਈਆ 1 ਸਾਲ ਦਾ ਜਿਹੜਾ ਖਰਚਾ ਹੈ ਵੀ ਇਹ ਆਮ ਮਾਪੇ ਦੇ ਵੱਸ ਦੀ ਗੱਲ ਨਹੀਂ ਹੈਗੀ ਵੀ ਇਸ ਨੂੰ ਪੜ੍ਹਾਈ ਨੂੰ ਸਸਤਾ ਕਰੋ, ਇੰਨਾ ਕੁ ਸਸਤਾ ਕਰੋ ਕਿ ਬੰਦੇ ਜਿਹੜੇ ਹੈਗੇ ਆ ਉਹ ਸੌਖਾ ਭਰ ਸਕਣ। ਰੂਸ ਅਤੇ ਯੂਕਰੇਨ ਦੇ ਵਿੱਚ ਜੰਗ ਦੇ ਅਸਾਰ ਆਏ ਦਿਨ ਵੱਧ ਰਹੇ ਹਨ, ਪਰ ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਗਏ ਹੋਏ ਭਾਰਤ ਦੇ ਕਈ ਨਾਗਰਿਕ ਉੱਥੇ ਫਸ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲ ਦੀ ਰਹਿਣ ਵਾਲੀ ਜਸਮੀਨ ਕੌਰ ਦੀ ਹੈ। ਜਸਮੀਨ ਕੌਰ ਮੈਡੀਕਲ ਸਿੱਖਿਆ ਵਾਸਤੇ ਯੂਕਰੇਨ ਗਈ ਸੀ, ਪਰ ਹੁਣ ਉੱਥੋਂ ਦੇ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਜੈਸਮੀਨ ਕੌਰ ਭਾਰਤ ਵਾਪਸ ਨਹੀਂ ਆ ਪਾ ਰਹੀ। ਜੈਸਮੀਨ ਦੇ ਪਿਤਾ ਨੇ ਦੱਸਿਆ ਕਿ 2018 ਵਿੱਚ ਮੇਰੀ ਧੀ ਯੂਕਰੇਨ ਗਈ ਸੀ। ਸਕੂਲ ਦੇ ਸਮੇਂ ਤੋਂ ਹੀ ਜੈਸਮੀਨ ਕੌਰ ਬਹੁਤ ਹੁਸ਼ਿਆਰ ਸੀ ਅਤੇ ਮੇਰੀ ਵੱਡੀ ਬੇਟੀ ਡਾਕਟਰ ਹੈ। ਛੋਟੀ ਬੇਟੀ ਵੀ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਅਤੇ ਪੰਜਾਬ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਦਾਖਲਾ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਹੋਣਾ ਸੀ। 5 ਸਾਲ ਦੇ MBBS ਦੀ ਪੜ੍ਹਾਈ ਲਈ 16 ਲੱਖ ਦਾ ਖਰਚਾ ਆਉਣਾ ਸੀ। ਫੀਸ ਜ਼ਿਆਦਾ ਹੋਣ ਕਰਕੇ ਅਤੇ ਮੇਰੀ ਆਰਥਿਕ ਹਾਲਤ ਇਹਨਾਂ ਫੀਸਾਂ ਨੂੰ ਨਾ ਪੇ ਕਰ ਸਕਦੀ ਸੀ। ਇਸ ਲਈ ਅਸੀਂ ਆਪਣੀ ਧੀ ਨੂੰ ਬਾਹਰ ਪੜ੍ਹਾਉਣ ਲਾਜ਼ਮੀ ਸਮਝਿਆ ਅਤੇ ਆਪਣੀ ਧੀ ਨੂੰ ਬਾਹਰ ਪੜ੍ਹਾਉਣ ਲਈ ਭੇਜ ਦਿੱਤਾ। ਯੂਕਰੇਨ ਦੀ ਫੀਸ ਅਤੇ ਭਾਰਤ ਦੀ ਫੀਸ ਵਿੱਚ ਅੱਧਾ ਖਰਚਾ ਹੋ ਰਿਹਾ ਤੇ ਉਸ ਨੂੰ ਯੂਕਰੇਨ ਵਿੱਚ ਪੜ੍ਹਨ ਲਈ ਭੇਜ ਦਿੱਤਾ। ਜੈਸਮੀਨ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ ਵਾਪਸ ਆਉਣਾ ਚਾਹੁੰਦੀ ਹੈ, ਪਰ ਉਸ ਦੀ ਫਲਾਈਟ ਟਿਕਟ ਨਹੀਂ ਹੋ ਪਾ ਰਹੀ। ਪਹਿਲਾਂ ਟਿਕਟ ਕਰਵਾਈ, ਉਹ ਕੈਂਸਲ ਹੋ ਗਈ। ਏਅਰਲਾਈਨ ਨੇ ਟ੍ਰਾਂਜ਼ਿਟ ਵੀਜ਼ਾ ਖਤਮ ਹੋਣ ਕਰਕੇ ਟਿਕਟ ਕੈਂਸਲ ਕਰ ਦਿੱਤੀ। ਫਿਰ ਟਿਕਟ ਬੁੱਕ ਕਰਵਾਈ, ਉਹ ਵੀ ਰੱਦ ਹੋ ਗਈ। 2 ਵਾਰ ਟਿਕਟ ਰੱਦ ਹੋਣ ਨਾਲ ਮੇਰੀ ਬੇਟੀ ਬਹੁਤ ਘਬਰਾਈ ਹੋਈ ਹੈ। ਭਾਰਤ ਸਰਕਾਰ ਨੇ 3 ਜਹਾਜ਼ ਭੇਜਣ ਦੀ ਗੱਲ ਕਹੀ ਹੈ, ਪਰ ਸਾਡੇ ਬੱਚਿਆਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਦੁਬਾਰਾ 24 ਤਰੀਕ ਦੀ ਟਿਕਟ ਬੁੱਕ ਹੋਈ ਹੈ, ਪਰ ਅਜੇ ਵੀ ਸਾਫ਼ ਨਹੀਂ ਹੈ ਕਿ 24 ਤਰੀਕ ਨੂੰ ਵਾਪਸ ਆ ਪਾਏਗੀ ਜਾਂ ਨਹੀਂ। ਜੈਸਮੀਨ ਦੇ ਪਿਤਾ ਨੇ ਦੱਸਿਆ ਕਿ ਭਾਰਤ ਦੇ 20,000 ਵਿਦਿਆਰਥੀ ਯੂਕਰੇਨ ਵਿੱਚ ਪੜ੍ਹਾਈ ਕਰ ਰਹੇ ਹਨ। ਭਾਰਤ ਸਰਕਾਰ ਉਹਨਾਂ ਲਈ ਕੁਝ ਕਰੇ। ਮੇਰਾ ਨਾਮ ਰਣਜੀਤ ਸਿੰਘ ਥਾਂਦੇਵਾਲ ਦੇ ਤੌਰ 'ਤੇ ਜਾਣਦੇ ਮੈਨੂੰ ਸਾਰੇ। ਮੈਂ ਬਿਜਲੀ ਬੋਰਡ 'ਚ ਰਿਟਾਇਰਡ ਸੁਪਰਡੈਂਟ ਹਾਂ ਜੀ। ਅਤੇ ਇੱਥੇ ਹੁਣ ਮੈਂ ਆਪਣੇ ਸਾਹਿਤਕ ਤੌਰ 'ਤੇ ਜਾਂ ਹੋਰ ਲੋਕ ਮੇਰੇ ਟ੍ਰੇਡ ਯੂਨੀਅਨ ਆਗੂ ਦੇ ਤੌਰ 'ਤੇ ਸਾਰੇ ਲੋਕ ਮੈਨੂੰ ਜਾਣਦੇ ਨੇ। ਸਰ ਕਿੰਨਾ ਪਰਿਵਾਰ ਹੈ ਤੁਹਾਡਾ? ਮੇਰੇ 2 ਬੇਟੀਆਂ ਅਤੇ ਮੇਰੇ ਮਿਸਿਜ ਹੈ ਅਤੇ ਮੈਂ ਇਸ ਵੇਲੇ ਅਸੀਂ 4 ਜਣੇ ਹਾਂ ਘਰ ਦੇ ਵਿੱਚ। ਅਤੇ ਸਰ ਯੂਕਰੇਨ ਦੇ ਵਿੱਚ ਜਿਹੜੀ ਰੂਸ ਦੇ ਨਾਲ ਜੰਗ ਦੀ ਆਸ਼ੰਕਾ ਜਤਾਈ ਜਾ ਰਹੀ ਹੈ ਜੀ, ਤੁਹਾਡੀ ਬੇਟੀ ਕਦੋਂ ਤੋਂ ਯੂਕਰੇਨ ਗਈ ਹੈ? ਇਹ 2018 ਦੇ ਵਿੱਚ ਸ਼ਾਇਦ 2018 'ਚ ਗਏ ਸੀ ਨਾ। ਹਾਂ, 2018 ਦੇ ਵਿੱਚ ਮੇਰੀ ਬੇਟੀ ਨੇ ਯੂਕਰੇਨ ਗਈ ਸੀ ਜੀ। ਅਸਲ ਦੇ ਵਿੱਚ ਮੈਂ ਥੋੜ੍ਹੀ ਜਿਹੀ ਤਰਸੀਮ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਬੇਟੀ ਜਿਹੜੀ ਹੈਗੀ ਆ ਵੀ ਆਪਦੇ ਸਕੂਲ ਦੇ ਟਾਈਮ 'ਤੇ ਬਹੁਤ ਇੰਟੈਲੀਜੈਂਟ ਅਤੇ ਬਹੁਤ ਹੁਸ਼ਿਆਰ ਬੱਚਾ ਸੀਗਾ। ਮੇਰੀਆਂ 2 ਬੇਟੀਆਂ, ਵੱਡੀ ਬੇਟੀ ਵੀ ਮੇਰੀ ਡਾਕਟਰ ਹੈ। ਉਹਨੇ ਜਿਹੜੀ ਹੈਗੀ ਆ ਆਪਦੇ MBBS ਕੀਤੀ ਹੋਈ ਹੈ ਆਦੇਸ਼ ਹੌਸਪੀਟਲ ਬਠਿੰਡਾ ਤੋਂ। ਉਸ ਤੋਂ ਬਾਅਦ ਜਿਹੜੀ ਛੋਟੀ ਬੇਟੀ ਸੀਗੀ ਇਹਨਾਂ ਦੇ ਵਿੱਚ 5-6 ਸਾਲ ਦਾ ਗੈਪ ਸੀਗਾ ਅਤੇ ਜਦੋਂ ਤੱਕ ਉਹਦੀ ਡਿਗਰੀ ਕੰਪਲੀਟ ਹੋਈ ਵੱਡੀ ਬੇਟੀ ਦੀ ਤਾਂ ਫਿਰ ਛੋਟੀ ਦਾ ਤਕਰੀਬਨ ਉਹਦਾ ਪੜ੍ਹਾਈ ਦਾ ਸ਼ੁਰੂ ਹੋ ਗਿਆ ਮੈਡੀਕਲ ਦਾ। ਇੱਥੇ ਅਸੀਂ ਜਿਹੜਾ ਹੈਗਾ ਤਾਂ ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲ ਥੋੜ੍ਹੇ, ਸਰਕਾਰੀ ਸੀਟਾਂ ਥੋੜ੍ਹੀਆਂ ਸੀਗੀਆਂ ਅਤੇ ਕਿਸੇ ਕਾਰਨ ਜਿਹੜਾ ਹੈਗਾ ਮੇਰੀ ਜਿਹੜੀ ਬੇਟੀ ਦਾ ਜਿਹੜਾ ਹੈਗਾ ਦਾਖਲਾ ਹੋ ਰਿਹਾ ਸੀ ਵੀ ਉਹ ਦਾਖਲਾ ਹੋ ਰਿਹਾ ਸੀਗਾ ਗੌਰਮੈਂਟ ਕਾਲਜ ਵਿੱਚ। ਇੱਥੇ ਜਿੰਨੇ ਵੀ ਪੰਜਾਬ ਦੇ ਗੌਰਮੈਂਟ ਕਾਲਜ ਹਰਿਆਂ ਦੇ ਵਿੱਚ ਇਹਨੂੰ ਪ੍ਰਾਈਵੇਟ ਤੌਰ 'ਤੇ ਸੀਟ ਮਿਲ ਰਹੀ ਸੀ, ਕੋਈ ਪ੍ਰੋਬਲਮ ਨਹੀਂ ਸੀ। ਉਹਦੀ ਸਿੱਖ ਮਿਨੋਰਟੀ ਕੋਟੇ ਦੇ ਵਿੱਚ ਵੀ ਇਹਦੀ ਜਿਹੜੀ ਦਾਖਲਾ ਹੋ ਗਿਆ ਸੀਗਾ 18 ਦੇ ਵਿੱਚ। ਤਾਂ ਜਦੋਂ ਸਿੱਖ ਮਿਨੋਰਟੀ ਕੋਟੇ ਦੇ ਵਿੱਚ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਹੋਇਆ ਤਾਂ ਮੈਂ ਉਹਨਾਂ ਦੀਆਂ ਜਦੋਂ ਫੀਸ ਸਟਰਕਚਰ ਪੜ੍ਹਿਆ ਤਾਂ ਉੱਥੋਂ ਦੇ ਬਾਰੇ ਮੈਂ ਗੱਲ ਕੀਤੀ ਉਹਨਾਂ ਨਾਲ। ਤਾਂ ਉਹ ਕਹਿੰਦੇ ਵੀ ਤੁਹਾਨੂੰ ਪਹਿਲੇ ਸਾਲ 6,60,000 ਰੁਪਈਆ ਫੀਸ ਭਰਨੀ ਪਊਗੀ ਅਤੇ ਹੋਸਟਲ ਦਾ 2.25 ਲੱਖ ਰੁਪਈਆ ਹੋਸਟਲ ਦਾ ਖਰਚਾ ਸਾਡਾ। ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਫੀਸ ਦੇ ਨਾਲ ਜਿਹੜੀਆਂ ਬਾਕੀ 4 ਫੀਸਾਂ ਰਹਿ ਜਾਣਗੀਆਂ ਕਿਉਂਕਿ 5 ਸਾਲ ਦਾ ਕੋਰਸ ਹੁੰਦਾ ਇੰਡੀਆ 'ਚ
ਤਾਂ ਇਹਦੀਆਂ ਤੁਸੀਂ 10% ਹੋਰ ਤੁਹਾਨੂੰ ਦੇਣਾ ਪਊਗਾ, ਜਾਣੀ ਕਿ ਕੁੱਲ ਮਿਲਾ ਕੇ 15-16 ਕੁ ਲੱਖ ਰੁਪਈਏ ਦਾ ਇਹ ਬਣ ਜਾਂਦਾ ਪ੍ਰੋਜੈਕਟ। ਅਤੇ ਮੈਂ ਕਿਉਂਕਿ ਮੇਰੀ ਵੱਡੀ ਬੇਟੀ ਦੇ ਉੱਤੇ ਵੀ ਪਹਿਲਾਂ ਉਹਦੀ ਫੀਸ ਵਗੈਰਾ ਕਾਫੀ ਸੀਗੀ, ਅਤੇ ਹੁਣ ਇੱਕ ਐਜ਼ ਏ ਮੁਲਾਜ਼ਮ ਅਤੇ ਇੱਕ ਟ੍ਰੇਡ ਯੂਨੀਅਨ ਆਗੂ ਦੇ ਤੌਰ 'ਤੇ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਕਿ ਮੈਂ ਉਹਨਾਂ ਦੀ ਜਿਹੜੀ ਹੈਗੀ ਆ ਪੂਰਾ ਕੋਰਸ ਕੰਪਲੀਟ ਕਰਾਉਣ ਦੀ ਸਮਰੱਥਾ ਰੱਖਦਾ ਹਾਂ। ਅਤੇ ਛੋਟੀ ਬੇਟੀ ਦੇ ਦਿਮਾਗ 'ਚ ਇਹ ਸੀ ਵੀ ਮੈਂ ਵੀ ਡਾਕਟਰ ਬਣਨਾ ਚਾਹੁੰਦੀ ਹਾਂ, ਕਿਉਂਕਿ ਉਹਦਾ ਸ਼ੁਰੂ ਤੋਂ ਇੱਕ ਟੀਚਾ ਸੀਗਾ ਵੀ ਮੈਂ ਡਾਕਟਰ ਬਣਨਾ। ਪਰ ਉਹ ਫੀਸ ਦੀ ਜਾਂ ਮੇਰੀ ਆਰਥਿਕ ਹਾਲਤ ਉਨੀ ਵਧੀਆ ਨਾ ਹੋਣ, ਭਾਵੇਂ ਮੇਰੇ ਮਿਸਿਜ਼ ਵੀ ਟੀਚਰ ਨੇ, ਤਾਂ ਅਸੀਂ ਦੋਨਾਂ ਦੇ ਜੋੜ ਕੇ ਵੀ ਸਾਨੂੰ ਐਂ ਲੱਗਦਾ ਸੀਗਾ ਵੀ ਇਹ ਜਿਹੜੀ ਇਹਦੀ ਫੀਸਾਂ ਇਹਦੀਆਂ ਨਹੀਂ ਦੇ ਸਕਾਂਗੇ ਅਸੀਂ, ਕਿਉਂਕਿ ਅਸੀਂ ਪਹਿਲਾਂ ਹੀ ਲੋਨ ਲੈ ਕੇ ਘਰ ਪਾਇਆ, ਫਿਰ ਬੱਚਿਆਂ ਨੂੰ ਪੜ੍ਹਾਇਆ ਸੀਗਾ। ਤਾਂ ਮੇਰੇ ਜਦੋਂ ਮੈਂ ਆਪਦੀ ਬੇਟੀ ਨੂੰ ਕਿਹਾ ਵੀ ਮੇਰੇ ਜਿਹੜੀ ਆਪਾਂ ਗੁਰੂ ਰਾਮਦਾਸ ਮੈਡੀਕਲ ਕਾਲਜ ਦੀਆਂ ਜਿਹੜੀਆਂ ਫੀਸਾਂ ਅਤੇ ਜਿਹੜੀਆਂ ਹੋਰ ਉਦੋਂ ਕਈ ਅਸੀਂ ਕਾਉਂਸਲਿੰਗ ਨੂੰ ਅਟੈਂਡ ਕੀਤਾ, ਪਰ ਉਹ ਹਰ ਵਾਰੀ ਮਤਲਬ ਜਿਹੜਾ ਵੀ ਕਾਲਜ ਮਿਲ ਰਿਹਾ ਸੀ ਉਹ ਪ੍ਰਾਈਵੇਟ ਕਾਲਜ ਮਿਲ ਰਿਹਾ ਸੀ। ਉਹ ਪ੍ਰਾਈਵੇਟ ਕਾਲਜ ਦੀ ਉਦੋਂ 6-60 ਫੀਸ ਸੀਗੀ ਜੀ। ਹਰ ਸਾਲ ਉਦੋਂ 10% ਉਹ 'ਚ ਵਾਧਾ ਹੋਣਾ ਸੀ, ਅਤੇ ਆਖਰੀ ਫੀਸ ਜਿਹੜੀ ਲਗਭਗ 13 ਕੁ ਲੱਖ ਰੁਪਈਆ ਬਣ ਜਾਂਦੀ ਹੈ। ਅਤੇ ਮੈਨੂੰ ਇਹ ਲੱਗਿਆ ਵੀ ਸਾਡਾ ਦੋਨਾਂ ਮੀਆਂ ਬੀਵੀ ਦਾ ਜੋੜ ਕੇ ਵੀ ਸਾਡਾ ਕੋਲ 13 ਲੱਖ ਨਹੀਂ ਜੁੜਦਾ, ਅਤੇ ਫਿਰ ਉਹਨਾਂ ਦੇ ਹੋਸਟਲ ਦੇ ਖਰਚੇ ਵੀ ਹੈ, ਹੋਰ ਵੀ ਬੱਚਿਆਂ ਦੇ ਲੀੜੇ ਕੱਪੜੇ, ਉਹਨਾਂ ਦੀਆਂ ਫੀਸਾਂ ਤੋਂ ਬਿਨਾਂ ਵੀ। ਤਾਂ ਸਾਨੂੰ ਐਂ ਲੱਗਾ ਵੀ ਇੰਨਾ ਪੈਸੇ ਅਸੀਂ ਨਾ ਦੇ ਨਹੀਂ ਸਕਾਂਗੇ ਜਵਾਕਾਂ ਨੂੰ, ਅਤੇ ਬੱਚਾ ਨਿਰਾਸ਼ ਰਹਿਣ ਲੱਗ ਪਿਆ ਇਸ ਗੱਲ 'ਚੋਂ। ਮੇਰੇ ਇੱਕ ਮਿੱਤਰ ਨੇ ਇੱਥੇ ਟੀਚਰ ਨੇ, ਗੁਰਮੁਖ ਸਿੰਘ ਹੈ, ਗੌਰਮੈਂਟ ਸਕੂਲ ਦੇ ਵਿੱਚ ਲੱਗੇ ਹੋਏ ਨੇ, ਬਹੁਤ ਵਧੀਆ ਬੰਦੇ ਨੇ। ਉਹਨਾਂ ਨੇ ਮੈਨੂੰ ਸੁਨੇਹਾ ਲਾਇਆ, ਮੇਰੇ ਨਾਲ ਗੱਲ ਕੀਤੀ, ਕਹਿੰਦੇ ਬਾਈ ਜੀ ਤੁਹਾਡੀ ਬੇਟੀ ਦਾ ਕੀ ਬਣਿਆ? ਮੈਂ ਕਿਹਾ ਵੀ ਬੇਟੀ ਦਾ ਯਾਰ ਦਾਖਲਾ ਤਾਂ ਉਹਦਾ ਮਿਲਦਾ ਹੈਗਾ, ਪਰ ਪ੍ਰਾਈਵੇਟ ਕਾਲਜ ਮਿਲ ਰਿਹਾ ਵੀ ਉੱਥੇ ਅਸੀਂ ਇੰਨੀ ਫੀਸ ਭਰ ਨਹੀਂ ਸਕਦੇ। ਉਹ ਕਹਿੰਦੇ ਮੇਰੀ ਬੇਟੀ ਵੀ ਜਾ ਰਹੀ ਹੈਗੀ ਹੈ, ਅਤੇ ਵੀ ਅਸੀਂ ਤਾਂ ਹੁਣ ਇਹ ਸੋਚ ਲਿਆ ਵੀ ਯੂਕਰੇਨ 'ਚ ਭੇਜ ਦਿੰਦੇ ਹਾਂ, ਅਤੇ ਉੱਥੇ ਬੜੀ ਵਧੀਆ ਪੜ੍ਹਾਈ ਹੈ। ਮੇਰੇ ਕਈ ਟੀਚਰ ਮੇਰੇ ਦੋਸਤ ਹੈ ਵੀ ਉਹਨਾਂ ਦੇ ਬੱਚੇ ਵੀ ਉੱਥੇ ਪੜ੍ਹਦੇ ਆ, ਅਤੇ ਤੁਸੀਂ ਵੀ ਆਪਦੇ ਬੇਟੀ ਨੂੰ ਉੱਥੇ ਭੇਜ ਦਿਓ। ਮੈਂ ਕਿਹਾ ਵੀ ਠੀਕ ਹੈ, ਚਲੋ ਮੈਂ ਉੱਥੇ ਵਿਚਾਰਦੇ ਹਾਂ। ਜਦੋਂ ਬੇਟੀ ਨਾਲ ਗੱਲ ਕੀਤੀ ਅਤੇ ਇਹਨੂੰ ਐਂ ਥੋੜ੍ਹਾ ਜਿਹਾ ਇਹਦੇ ਚਿਹਰੇ 'ਤੇ ਰੰਗਤ ਜਿਹੀ ਆ ਗਈ ਵੀ ਮੈਂ ਵੀ ਡਾਕਟਰੀ ਕਰ ਲੂੰਗੀ ਹੁਣ ਉਹ ਅਸੀਂ ਸੋਚ ਕੇ ਅਤੇ ਇਹਦੇ ਖੜ੍ਹੇ ਪੈਰ ਹੀ ਅਸੀਂ ਇਹਦੀਆਂ ਜਿਹੜੀ ਏਜੰਸੀ ਅੰਮ੍ਰਿਤਸਰ ਦੀ ਹੈ ਜਿਹੜੀ ਉਹ ਭੇਜਦੀ ਹੈ, ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਵੀ ਆ ਜਾਓ, ਤੁਹਾਨੂੰ ਅਸੀਂ ਅਪਲਾਈ ਕਰਵਾ ਦਿਆਂਗੇ। ਚਲੋ ਅਸੀਂ ਉਹਨਾਂ ਦੇ ਪਾਸਪੋਰਟ ਵਗੈਰਾ ਬਣਾਇਆ, ਜਲਦੀ ਪਾਸਪੋਰਟ ਬਣਾਇਆ, ਉਹਦੀਆਂ ਜੋ ਫਾਰਮੈਲਿਟੀਆਂ ਸੀ ਉਹ ਪੂਰੀਆਂ ਕੀਤੀਆਂ। ਹੁਣ ਉਹ ਫਾਰਮੈਲਿਟੀਆਂ ਕਰਕੇ ਅਸੀਂ ਬੱਚੇ ਨੂੰ ਭੇਜਤਾ ਸੀ। ਉੱਥੇ ਦਾ ਜਿਹੜਾ ਖਰਚਾ ਸੀਗਾ ਅਤੇ ਇੰਡੀਆ ਦਾ ਖਰਚੇ ਦੇ ਅੱਧੋ ਅੱਧ ਦਾ ਫਰਕ ਸੀ ਘੱਟੋ ਘੱਟ। ਵੀ ਸਾਡੀਆਂ ਜਿਹੜੀਆਂ ਇਹਦੀ $4800 ਹੈ, ਇਹਦੀ ਅਮੈਰੀਕਨ ਡਾਲਰ $4800 ਫੀਸ ਹੈ ਇਹਨਾਂ ਦੀ। ਅਤੇ ਉੱਥੇ ਕਈ ਯੂਨੀਵਰਸਿਟੀਆਂ ਇਹੋ ਜਿਹੀਆਂ ਵੀ ਜਿਹੜੀਆਂ $4800 ਇਹ ਤੋਂ ਵੀ ਸਸਤੀਆਂ ਵੀ ਹੈਗੀਆਂ, ਪਰ ਇਹ ਯੂਨੀਵਰਸਿਟੀ ਥੋੜ੍ਹੀ ਜਿਹੀ ਵਧੀਆ ਯੂਨੀਵਰਸਿਟੀ ਹੋਣ ਕਰਕੇ, ਚੰਗੀ ਸਟੈਂਡਰਡ ਦੀ ਯੂਨੀਵਰਸਿਟੀ ਹੋਣ ਕਰਕੇ, ਅਤੇ ਜੋ ਗੌਰਮੈਂਟ ਦੀ ਇਹਦੇ ਨਾਲ ਹਿੱਸੇਦਾਰੀ ਹੋਣ ਕਰਕੇ, ਅਤੇ ਇਹ ਸਾਨੂੰ ਲੱਗਿਆ ਯਾਰ ਇਹ ਯੂਨੀਵਰਸਿਟੀ ਸਭ ਤੋਂ ਬੈਟਰ ਹੈਗੀ ਹੈ। ਅਤੇ ਅਸੀਂ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਖਾਰਕਿਵ ਹੈ, ਉਹਦੇ ਵਿੱਚ ਇਹਨੂੰ ਦਾਖਲਾ ਕਰਵਾਤਾ। $4800 ਦਾ ਜਿਹੜਾ ਹੈਗਾ ਉਸ ਵੇਲੇ ਜਦੋਂ ਭੇਜਿਆ, ਅਤੇ ਉਦੋਂ ਕੋਈ 65-66 ਰੁਪਈਆ ਰੇਟ ਸੀਗਾ ਡਾਲਰ ਦਾ ਮੇਰੇ ਖਿਆਲ। ਅਤੇ ਸਾਨੂੰ ਇਹ ਲੱਗਦਾ ਸੀ ਵੀ 30 ਜਿਹੜਾ ਹੈਗਾ ਇਹਦੇ ਨਾਲ 3.25-4 ਲੱਖ ਦੇ ਲਗਭਗ ਜਿਹੜੀ ਫੀਸ ਉਹਦੀ ਬਣਦੀ ਹੈ, ਅਤੇ ਅਸੀਂ ਉਸ ਹਿਸਾਬ ਨਾਲ ਉਹਨੂੰ ਵੀ ਮੈਨੇਜ ਕਰ ਲਾਂਗੇ ਸੌਖਾ। ਅਤੇ ਲੱਖ ਕੁ ਰੁਪਈਆ ਹੋਸਟਲ ਦਾ ਖਰਚਾ ਸੀ। ਜਦੋਂ ਨੈਕਸਟ ਈਅਰ ਆਇਆ ਤਾਂ ਸਾਨੂੰ ਪਤਾ ਲੱਗਾ ਵੀ ਜਿਹੜੀ ਕਾਲਜ ਮੈਨੇਜਮੈਂਟ ਹੈ ਉਹਨਾਂ ਨੇ ਕਹਿੰਦੀ ਵੀ ਤੁਹਾਨੂੰ ਹੋਸਟਲ ਦੇ ਵਿੱਚ ਜੇ ਰਹਿਣਾ ਤਾਂ ਇਹਦੀ ਫੀਸ ਵੱਧ ਲੱਗੂਗੀ। ਅਤੇ ਬੱਚੇ ਸਾਰੇ ਹੀ ਉੱਥੇ ਕੀ ਕਰਦੇ ਵੀ 1 ਸਾਲ ਤਾਂ ਹੋਸਟਲ 'ਚ ਰਹਿੰਦੇ ਜਾਂਦੇ, ਜਦੋਂ ਪਹਿਲਾ ਸਾਲ 'ਚ ਜਾਂਦੇ ਤਾਂ ਉਦੋਂ ਸੈਕਿੰਡ ਈਅਰ ਤੋਂ ਬਾਅਦ ਉਹ ਆਪਦੇ ਕਮਰਿਆਂ 'ਚ ਲੈ ਲੈਂਦੇ ਆ, ਮਿਲ ਜਾਂਦਾ ਸਾਰੇ ਯੂਕਰੇਨ ਦੇ ਵਿੱਚ ਲੋਕ ਬਿਜ਼ਨਸ ਉੱਥੇ ਬਹੁਤ ਯੂਨੀਵਰਸਿਟੀਆਂ ਜਿਹੜੀਆਂ ਮੈਡੀਕਲ ਕਰਾਉਂਦੀਆਂ। ਅਤੇ ਬੇਟੀ ਵੀ ਮੈਨੂੰ ਕਹਿੰਦੀ ਵੀ ਫਿਰ ਇਹ 2 ਜਣੀਆਂ ਨੇ ਰਲ ਕੇ ਉੱਥੇ ਇੱਕ ਕਮਰਾ ਲੈ ਲਿਆ। ਸਾਲ ਇੱਕ ਐਂ ਨਿਕਲ ਗਿਆ, ਫਿਰ ਇੱਕ ਅਗਲੇ ਸਾਲ ਇੱਕ ਹੋਰ ਉਹਨਾਂ ਦੀ ਬੇਟੀ ਦੀ ਇੱਕ ਸਹੇਲੀ ਸੀਗੀ, ਉਹਨਾਂ ਨੇ ਰਲ ਕੇ ਲੈ ਲਿਆ। ਤੀਜਾ ਸਾਲ ਵੀ ਐਂ ਨਿਕਲ ਗਿਆ। ਇਹ ਬੇਟੀ ਮੇਰੀ ਕਿਉਂਕਿ ਸ਼ੁਰੂ ਤੋਂ ਹੁਸ਼ਿਆਰ ਸੀਗੀ, ਤੁਹਾਨੂੰ ਮੈਂ ਜਿਵੇਂ ਦੱਸ ਕੇ ਹਟਿਆ ਵੀ ਇਹ ਜ਼ਿਲ੍ਹੇ ਦੇ ਵਿੱਚੋਂ ਫਸਟ ਆਈ ਸੀਗੀ 17-18 ਦੇ ਜਦੋਂ ਇਹਨਾਂ ਦੇ ਪੇਪਰ ਹੋਏ ਤਾਂ +2 ਦੇ ਵਿੱਚੋਂ। ਅਤੇ ਸ਼ੁਰੂ ਤੋਂ ਇੰਟੈਲੀਜੈਂਟ ਆ, ਸਾਰੀਆਂ ਦੀਆਂ ਜਿੰਨੇ ਮੈਂਟੋ ਪਏ ਨੇ ਸਾਰੇ ਉਹਦੀ ਹੈਗੇ ਆ ਵੀ ਵਧੀਆ ਐਜੂਕੇਸ਼ਨ ਲੈਣ ਦੇ ਵਿੱਚ ਵੀ ਵਧੀਆ ਬੁਲਾਰੇ ਦੇ ਤੌਰ 'ਤੇ ਵੀ ਮੈਂ ਕਹਿੰਦਾ ਮੇਰੇ ਪਰਿਵਾਰ 'ਚੋਂ ਸਭ ਤੋਂ ਵੱਧ ਇੰਟੈਲੀਜੈਂਟ ਅਤੇ ਮਿਹਨਤੀ ਬੱਚਾ ਸੀਗਾ। ਅਤੇ ਮੇਰੀ ਛੋਟੀ ਬੇਟੀ ਹੈ, ਭਾਵੇਂ ਮੇਰੀ ਵੱਡੀ ਬੇਟੀ ਵੀ ਡਾਕਟਰ ਹੈ, ਸਿਆਣੀ ਹੈ, ਪੜ੍ਹੀ ਲਿਖੀ ਹੈ, ਲੇਕਿਨ ਮੈਂ ਸਮਝਦਾ ਵੀ ਉਹਦੇ ਨਾਲੋਂ ਵੀ ਇਹ ਬੜਾ ਇਹਦੇ ਟੀਚਰ ਬਹੁਤ ਪਿਆਰ ਕਰਦੇ ਸੀ। ਹੁਣ ਵੀ ਜਿਹੜੇ ਯੂਕਰੇਨ 'ਚ ਵੀ ਇਹਦੇ ਟੀਚਰ ਬਹੁਤ ਇਹਦਾ ਪਿਆਰ ਕਰਦੇ ਬੱਚੇ ਨੂੰ, ਮਿਹਨਤ ਵੀ ਉੱਥੇ ਬਹੁਤ ਕਰਦੀ ਹੈ। ਤਾਂ ਇਹ ਹੁਣ ਉੱਥੇ ਅਸੀਂ ਜਦੋਂ ਭੇਜਿਆ ਸਿਰਫ ਲਾਲਚ ਇਹੀ ਸਾਡਾ ਕਿ ਬੱਚੇ ਨੇ MBBS ਕਰਨੀ ਹੈ। ਸਾਨੂੰ ਇਹ ਸੀ ਵੀ ਇੱਥੇ ਨਾਲੋਂ ਸਸਤੀ ਉੱਥੇ ਹੋ ਜਾਂਦੀ ਹੈ, ਅਤੇ ਪੜ੍ਹਾਈ ਵੀ ਇਹ ਕੰਪੈਰੇਟਿਵਲੀ ਉੱਥੇ ਵਧੀਆ ਹੈ, ਕਿਉਂਕਿ ਇੱਥੇ ਜਿਹੜੇ ਹੈਗੇ ਆ ਜਿਹੜੇ ਕਾਲਜ ਨੇ ਪ੍ਰਾਈਵੇਟ ਜਿੰਨੇ ਵੀ ਕਹਿਣ ਨੂੰ ਜੋ ਮਰਜ਼ੀ ਸਰਕਾਰਾਂ ਕਹਿਣ, ਪਰ ਇਹ ਸੱਚਾਈ ਇਹ ਹੈ ਵੀ ਇੱਥੇ ਜਿੰਨਾ ਉਹਨਾਂ ਨੂੰ
ਟੀਚਰ ਜਾਂ ਹੋਰ ਸਟਾਫ ਦੇਣਾ ਹੁੰਦਾ, ਫੀਸਾਂ ਬਹੁਤ ਲੈਂਦੇ ਆ, ਪਰ ਟੀਚਰ ਉਨੇ ਪ੍ਰੋਵਾਈਡ ਨਹੀਂ ਕਰਦੇ। ਉਨੀ ਸਿੱਖਿਆ ਜਿਹੜੀ ਵਧੀਆ ਸਿੱਖਿਆ ਹੋਣੀ ਚਾਹੀਦੀ ਉਹ ਨਹੀਂ ਦਿੱਤੀ ਜਾਂਦੀ। ਹੁਣ ਤੁਹਾਡੀ ਬੇਟੀ ਦਾ ਲਾਸਟ ਈਅਰ ਹੈ? ਨਹੀਂ, ਲਾਸਟ ਈਅਰ ਨਹੀਂ, ਜਦ ਕਿ 4th ਈਅਰ ਹੈ। ਹਜੇ 2 ਸਾਲ ਉਹਦੇ ਹੋਰ ਲੱਗਣੇ ਆ, ਕਿਉਂਕਿ ਉੱਥੇ 5 ਸਾਲ ਦੀ ਬਜਾਏ 6 ਸਾਲ ਦੀ ਹੁੰਦੀ ਹੈ। 1 ਸਾਲ ਉੱਥੇ ਬੱਚਾ ਉੱਥੋਂ ਦੀ ਭਾਸ਼ਾ ਹੀ ਸਿੱਖਦਾ ਤਕਰੀਬਨ, ਅਤੇ ਜਾਂ ਜਨਰਲ ਜੀ ਐਜੂਕੇਸ਼ਨ ਲੈਂਦਾ ਹੈ। ਪਹਿਲਾ ਸਾਲ ਜਿਹੜਾ ਹੁੰਦਾ ਵੀ ਉੱਥੋਂ ਰਸ਼ੀਅਨ ਭਾਸ਼ਾ ਸਿੱਖਦੇ ਆ, ਲੈਟਨ ਭਾਸ਼ਾ ਸਿੱਖਦੇ ਆ, ਅਤੇ ਜਨਰਲ ਮੈਡੀਕਲ ਦੇ ਬਾਰੇ ਸਿੱਖਿਆ ਲੈਂਦੇ ਆ। ਹੁਣ ਯੂਕਰੇਨ ਦੇ ਵਿੱਚ ਮਤਲਬ ਕਿ ਜਿਹੜਾ ਹੈਗਾ ਯੁੱਧ ਦੀ ਸਥਿਤੀ ਬਣੀ ਹੋਈ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜੀ ਯੁੱਧ ਦੀ ਸਥਿਤੀ ਹੈ ਜੀ, ਇਹ ਲਗਭਗ 2-3 ਮਹੀਨੇ ਤੋਂ ਉੱਥੋਂ ਦਾ ਜਿਹੜਾ ਹੈਗਾ ਰਸ਼ੀਆ ਦਾ ਅਤੇ ਯੂਕਰੇਨ ਦਾ ਜਿਹੜਾ ਹੈਗਾ ਝਗੜੇ ਦੀ ਗੱਲ ਖਬਰਾਂ 'ਚ ਆਉਣ ਲੱਗ ਪਈ ਸੀ। ਅਤੇ ਸ਼ੁਰੂ ਦੇ ਵਿੱਚ ਸਾਡੇ ਜਿਹੜੇ ਚੈਨਲ ਸੀਗੇ ਉਹ ਖਬਰਾਂ ਦਿੰਦੇ ਜ਼ਰੂਰ ਸੀ, ਪਰ ਉਨੀ ਜਿਹੜੀਆਂ ਨਹੀਂ ਸੀਗਾ ਵੀ ਜਿਹੜੀ ਵੀ ਇਹ ਲੜਾਈ ਲੱਗ ਜੂਗੀ। ਅਤੇ ਉਹ ਐਂ ਲੱਗਦਾ ਵੀ ਇੱਕ ਇਹ ਜਿਵੇਂ ਸਾਡੇ ਦੇਸ਼ ਦੇ ਅਤੇ ਸਾਡੇ ਗੁਆਂਢੀ ਮੁਲਕਾਂ ਦੇ ਨਾਲ ਸਾਡੇ ਕੋਈ ਟਸਲ ਚੱਲਦੀ ਰਹਿੰਦੀ ਵੀ ਇਹੋ ਜਿਹੀ ਲੜਾਈ ਹੈ ਕਿਤੇ। ਪਰ ਹੁਣ ਪਿਛਲੇ 20 ਦਿਨਾਂ ਤੋਂ ਜਿਸ ਢੰਗ ਦੇ ਵਿੱਚ, ਜਾਂ ਮਹੀਨਾ ਹੀ ਕਹਿ ਲਓ ਵੀ, ਇੰਨੇ ਕੁ ਚਿਰ ਤੋਂ ਜਿਹੜੀਆਂ ਸਾਡੇ ਨੈਸ਼ਨਲ ਚੈਨਲ ਨੇ ਉਹਨਾਂ ਦੇ ਵਿੱਚ ਜਿਸ ਢੰਗ ਦਾ ਇਸ ਲੜਾਈ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ, ਲਗਾਤਾਰ ਰਾਤ ਨੂੰ ਪ੍ਰਾਈਮ ਟਾਈਮ ਦੇ ਉੱਤੇ ਜਿਵੇਂ ਉਹ ਦਿੰਦੇ, ਉੱਥੋਂ ਜਿਹੜੇ ਮਾਪੇ ਹੈ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਬੱਚਿਆਂ ਦੀ ਜ਼ਿੰਦਗੀ ਹੁਣ ਖਤਰੇ 'ਚ ਹੈ। ਅਤੇ ਉਹ ਜਿਹੜੇ ਮਾਪੇ ਹੈ ਉੱਥੇ ਜਾ ਕੇ ਬੱਚਿਆਂ ਨੂੰ ਲਗਾਤਾਰ ਇੱਥੋਂ ਦੀਆਂ ਖਬਰਾਂ ਦੀਆਂ ਕਲਿੱਪਸ ਭੇਜ ਰਹੇ ਨੇ, ਇੱਥੋਂ ਬਾਕੀ ਬੱਚੇ ਨੈੱਟ 'ਤੇ ਵੀ ਵੇਖ ਰਹਿੰਦੇ ਨੇ, ਉੱਥੇ ਵੀ ਖਬਰਾਂ ਲੱਗਦੀਆਂ। ਤਾਂ ਮੇਰੀ ਬੇਟੀ ਦੀ ਅੱਜ ਤੋਂ 10 ਦਿਨ ਪਹਿਲਾਂ ਤੱਕ ਦਾ ਇਹ ਸੀਗਾ ਵੀ ਪਾਪਾ ਸਾਡਾ ਜਿਹੜੇ ਸ਼ਹਿਰ 'ਚ ਅਸੀਂ ਹੈ ਵੀ ਖਾਰਕਿਵ ਦੇ ਵਿੱਚ ਖਬਰਾਂ ਜ਼ਰੂਰ ਹੈਗੀਆਂ ਵੀ ਸਾਡੇ ਤਸਲ ਹੈਗੀ ਹੈ, ਪਰ ਸਾਡੀ ਜਿਹੜੀ ਯੂਨੀਵਰਸਿਟੀ ਹੈ ਉਹ ਇਸ ਮਾਮਲੇ 'ਤੇ ਬਿਲਕੁਲ ਖਾਮੋਸ਼ ਹੈ। ਵੀ ਉਹ ਕਹਿੰਦੀ ਵੀ ਕੋਈ ਐਡੀ ਗੱਲ ਨਹੀਂ ਹੈਗੀ, ਵੀ ਅਸੀਂ ਬੈਠੇ ਹਾਂ, ਸੇਫ ਹੈ ਤੁਸੀਂ। ਅਤੇ ਉੱਥੋਂ ਦੇ ਲੋਕਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਭੱਜ ਨੱਠ, ਹਮਲੇ ਨੂੰ ਲੈ ਕੇ ਕੋਈ ਡਰ, ਕੋਈ ਭੈ ਨਹੀਂ ਹੈ। ਵੀ ਉਹਨੇ ਵਿਖਾਇਆ ਕਿ ਲੋਕ ਆਮ ਹੀ ਰੂਟੀਨ 'ਚ ਤੁਰੇ ਫਿਰਦੇ ਆ, ਕੋਈ ਪਾਰਕਾਂ ਦੇ ਵਿੱਚ ਸੈਰ ਕਰਦਾ ਫਿਰਦਾ, ਕੋਈ ਹੋਰ ਕਰਦਾ ਫਿਰਦਾ। ਲੇਕਿਨ ਜਿਹੜੀ ਇੰਡੀਆ ਦੇ ਵਿੱਚ ਜਿਵੇਂ ਉਹਦੀਆਂ ਖਬਰਾਂ ਲੱਗ ਰਹੀਆਂ ਸੀਗੀਆਂ, ਤਾਂ ਉਹਦੇ ਨਾਲ ਤਕਰੀਬਨ ਅਸੀਂ ਇੱਕ ਗਰੁੱਪ ਬਣਾਇਆ ਹੋਇਆ, ਮੇਰੇ ਕੋਲ ਯੂਕਰੇਨ 'ਚ ਪੜ੍ਹਦੇ ਜਿਹੜੇ ਮਾਪੇ ਆ 10-15 ਜਾਣੇ ਉਹਦੇ 'ਚ ਮੈਂਬਰ ਹੈ, ਉਹ ਵੀ ਮੈਨੂੰ ਲਗਾਤਾਰ ਮੈਸੇਜ ਭੇਜਦੇ ਰਹੇ ਕਿ ਵੀ ਬੜਾ ਟੈਨਸ਼ਨ ਹੈ ਯਾਰ, ਬੱਚੇ ਉੱਤਰ ਬੈਠੇ ਆ, ਲੜਾਈ ਲੱਗਣੀ ਹੈ, ਫਲਾਨਾ ਚੈਨਲ ਆਹ ਕਹਿੰਦਾ, ਫਲਾਨਾ ਇਹ ਚੱਲ ਕਹਿੰਦਾ। ਤਾਂ ਉਹ ਕੁਛ ਮਿੱਤਰਾਂ ਦਾ ਅਸੀਂ ਵਿਚਾਰ ਕਿ ਯਾਰ ਲੜਾਈ ਲੱਗਣੀ ਨਹੀਂ। ਪਰ ਜਿਸ ਦਿਨ ਜਮਾਂ ਇਹ ਆ ਗਿਆ ਹੁਣ ਵੀ ਇਹ ਤਾਂ ਉੱਥੇ ਰਸ਼ੀਆ ਨੇ ਘੁਸਪੈਠ ਕਰ ਲਈ ਕਿ ਕਰ ਲਈ, ਵੀ ਅਟੈਕ ਹੋ ਗਿਆ ਕਿ ਨਹੀਂ, ਜਾਂ ਉੱਥੋਂ ਦੇ ਬੈਲਾਰੂਸ ਦੇ ਇੱਕ ਪ੍ਰਧਾਨ ਮੰਤਰੀ ਦਾ ਹੈਗਾ ਕਿ ਅਸੀਂ ਜਿਹੜਾ ਹੈਗਾ ਐਟਮੀ ਬੰਬ ਮਤਲਬ ਲੜਾਈ ਵੀ ਕਰ ਸਕਦੇ ਹਾਂ। ਤਾਂ ਉਹ ਸਾਰੇ ਕੁਛ ਨੇ ਇੱਥੇ ਇੱਕ ਬਹੁਤ ਹੀ ਡਰ ਅਤੇ ਭੈ ਦਾ ਮਾਹੌਲ ਬਣਾਇਆ ਮਾਪਿਆਂ ਦੇ ਵਿੱਚ। ਹੁਣ ਜਿਹੜੇ ਬੱਚੇ ਹੈ ਉਹ ਜਦੋਂ ਇਹੋ ਜਿਹਾ ਮਾਹੌਲ ਬਣਦਾ ਤਾਂ ਜਿਹੜੀਆਂ ਏਅਰਲਾਈਨਸ ਹੈ ਜਾਂ ਹੋਰ ਹੈ, ਕਿਉਂਕਿ ਉੱਥੇ ਘੱਟੋ ਘੱਟ 20,000 ਬੱਚਾ ਜਿਹੜਾ ਹੈਗਾ, ਮਤਲਬ ਜੋ ਮੀਡੀਆ ਦੇ ਵਿੱਚ ਖਬਰਾਂ ਵੀ ਹੈ, ਅਤੇ 15 ਤੋਂ 20,000 ਤਾਂ ਬੱਚਾ ਹੈਗਾ ਜਿਹੜਾ ਬਾਹਰ ਪੜ੍ਹਦਾ, ਉਹ ਉੱਥੇ ਰਹਿਣ ਨਹੀਂ ਜਾਂਦਾ। ਜਿੰਨੇ ਵੀ ਯੂਕਰੇਨ 'ਚ ਬੱਚੇ ਜਾਂਦੇ ਆ, ਜਾਂ ਇਹੋ ਯੂਕਰੇਨ ਵਰਗੇ ਹੋਰ ਮੁਲਕ ਵੀ ਕਈ ਆ ਜਿਹੜੇ MBBS ਕਰਾਉਂਦੇ ਆ, ਵੀ ਉੱਥੇ ਬੱਚੇ ਰਹਿਣ ਨਹੀਂ ਜਾਂਦੇ ਗੇ। ਇਹ ਪਹਿਲੀ ਗੱਲ ਤਾਂ ਇਹ ਕਲੀਅਰ ਹੈ ਵੀ ਉੱਥੇ ਉਹ ਬੱਚੇ ਪੜ੍ਹ ਕੇ ਜਾਂ ਤਾਂ ਇੰਡੀਆ 'ਚ ਵਾਪਸ ਆ ਜਾਂਦੇ ਆ, ਜਾਂ ਫਿਰ ਇੰਡੀਆ ਤੋਂ ਉੱਥੇ ਪੜ੍ਹਦੇ ਕੋਈ ਟੈਸਟ ਕਰਕੇ ਕੋਈ ਅਮਰੀਕਾ ਦਾ, ਆਸਟ੍ਰੇਲੀਆ ਦਾ ਜਾਂ ਹੋਰ ਕਿਸੇ ਮੁਲਕ ਦਾ, ਅਤੇ ਉੱਧਰ ਚਲੇ ਜਾਂਦੇ ਆ। ਅਤੇ ਜਾਂ ਮਤਲਬ ਉਹਨਾਂ ਕੋਲ ਅਲਟੀਮੇਟਲੀ ਜਾਂ ਉਹ ਇੰਡੀਆ 'ਚ ਆ ਕੇ ਇੱਥੋਂ ਦਾ ਮੈਡੀਕਲ ਕਾਊਂਸਲ ਆਫ ਇੰਡੀਆ ਦਾ ਇੱਕ ਟੈਸਟ ਹੁੰਦਾ, ਉਹ ਪਾਸ ਕਰਦੇ ਅਤੇ ਇੱਥੇ ਐਲੀਜੀਬਲ ਹੋ ਜਾਂਦੇ ਆ। ਕਿ ਹੁਣ ਇਹ ਬੇਟੀ ਦਾ ਇਹ ਸੀਗਾ ਕਿ ਮੈਂ ਇਹ ਜਿਹੜੇ ਆਖਰੀ 2-3 ਸਾਲ ਆ ਵੀ ਇਹਨਾਂ ਦੇ ਵਿੱਚ ਮੈਂ ਕਿਸੇ ਹੋਰ ਦੇਸ਼ ਦਾ ਟੈਸਟ ਵੀ ਕਲੀਅਰ ਕਰਨਾ, ਅਤੇ ਮੈਂ ਚਾਹੁੰਦੀ ਹਾਂ ਵੀ ਮੈਂ ਇੱਥੇ ਪੜ੍ਹਾਂ ਅਤੇ ਵੱਧ ਤੋਂ ਵੱਧ ਮੈਂ ਛੁੱਟੀਆਂ ਵੀ ਨਾ ਆਵਾਂ। ਹੁਣ ਉਹ ਬੱਚੇ ਸੋਚ ਤਾਂ ਇਹ ਰਹੇ ਸੀਗੇ ਵੀ ਸਾਡੀ ਜਿਹੜੀ ਪੜ੍ਹਾਈ ਦਾ ਬਹੁਤ ਇਹ ਚਰਮ ਸੀਮਾ 'ਤੇ ਆ, ਵੀ ਅਸੀਂ ਹੁਣ ਪੂਰੀ ਮਿਹਨਤ ਕਰਕੇ ਆਪਦੇ ਵਧੀਆ ਨੰਬਰ ਲੈ ਸਕੀਏ। ਪਰ ਉਹ ਹੁਣ ਜਿਵੇਂ ਹਾਲਾਤ ਬਣੀ ਗਏ ਤਾਂ ਬੱਚਿਆਂ ਨੂੰ ਵੀ ਡਰ ਲੱਗਣ ਲੱਗ ਪਿਆ ਵੀ ਪਤਾ ਨਹੀਂ ਕੀ ਬਣਨਾ। ਔਰ ਪਿਛਲੇ ਕੁਛ ਦਿਨਾਂ ਤੱਕ ਉਹਨਾਂ ਦੀ ਜਿਹੜੀ ਯੂਨੀਵਰਸਿਟੀ ਦਾ ਇਹ ਸੀਗਾ ਵੀ ਜਿਹੜੇ ਬੱਚੇ ਚੱਲੇ ਆ ਨਾ, ਅਤੇ ਅਸੀਂ ਉਹਨਾਂ ਨੂੰ ਔਨਲਾਈਨ ਨਹੀਂ ਪੜ੍ਹਾਵਾਂਗੇ, ਅਤੇ ਵੀ ਉਹ ਜਿਹੜੇ ਆਫਲਾਈਨ ਹੀ ਪੜ੍ਹਾਵਾਂਗੇ, ਅਤੇ ਜਿਹੜੇ ਇੱਥੇ ਰਹਿਣਗੇ ਉਹੀ ਪੜ੍ਹਨਗੇ, ਅਤੇ ਅਸੀਂ ਤਾਂ ਐਬਸੈਂਟਾਂ ਤੁਹਾਨੂੰ ਲੱਗ ਸਕਦੀਆਂ। ਫਿਰ ਜਿਹੜੀ ਏਜੰਸੀ ਇੱਥੋਂ ਲੈ ਕੇ ਜਾਂਦੀ ਆ, ਉਹਦੇ ਨੁਮਾਇੰਦਿਆਂ ਨਾਲ ਵੀ ਲੋਕਾਂ ਨੇ ਗੱਲ ਕੀਤੀ, ਉਹ ਕਹਿੰਦੇ ਨਹੀਂ ਅਸੀਂ ਕੁਛ ਕਰਦੇ ਹਾਂ। ਫਿਰ ਉਹਨਾਂ ਨੇ ਆਪਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਕੀਤਾ, ਅਤੇ ਉਹ ਕਹਿੰਦੇ ਵੀ ਨਹੀਂ, ਜਿਹੜੇ ਬੱਚੇ ਜਾਣਾ ਚਾਹੁੰਦੇ ਜਾਂਦੇ ਰਹਿਣ, ਅਤੇ ਅਸੀਂ ਉਹਨਾਂ ਨੂੰ ਔਨਲਾਈਨ ਪੜ੍ਹਾ ਦਿਆਂਗੇ। ਪਹਿਲਾਂ ਤਾਂ ਉਹਨਾਂ ਨੇ 26 ਮਾਰਚ ਤੱਕ ਦਾ ਸ਼ਾਇਦ ਰੱਖਿਆ ਸੀਗਾ ਵੀ 26 ਮਾਰਚ ਤੱਕ ਵੀ ਪੜ੍ਹਾਵਾਂਗੇ। ਹੁਣ ਮੈਨੂੰ ਪਤਾ ਲੱਗਾ ਵੀ ਅਪ੍ਰੈਲ ਤੱਕ ਉਹਨਾਂ ਨੇ ਕਹਿ ਤਾ ਵੀ ਅਸੀਂ ਔਨਲਾਈਨ ਬੱਚਿਆਂ ਨੂੰ ਅਪ੍ਰੈਲ ਤੱਕ 15 ਅਪ੍ਰੈਲ ਜਾਂ
ਇਹਦੇ ਔਨਵਰਡ ਵੀ ਬੱਚਿਆਂ ਨੂੰ ਔਨਲਾਈਨ ਪੜ੍ਹਾਵਾਂਗੇ। ਹੁਣ ਤੁਹਾਡੀ ਜਿਹੜੀ ਬੇਟੀ ਹੈ ਉਹ ਇੰਡੀਆ ਆਉਣਾ ਚਾਹੁੰਦੀ? ਬਿਲਕੁਲ ਆਉਣਾ ਚਾਹੁੰਦੀ ਹੈ ਜੀ। ਔਰ ਉਹਨੇ ਤਕਰੀਬਨ ਉਹਨੇ ਜੀ ਅੱਜ ਤੋਂ ਜਿੱਦਾਂ ਇਹ ਖਬਰਾਂ ਵਾਲੀਆਂ ਤੇਜ਼ ਆਉਣ ਲੱਗ ਪਈਆਂ ਸੀਗੀਆਂ, ਉਹਨਾਂ ਨੇ ਜਿਹੜੀਆਂ ਸੀ ਟਿਕਟ ਬੁੱਕ ਕਰਤੀ ਸੀ। ਉਹ ਸਾਰੇ ਬੱਚੇ ਟਿਕਟਾਂ ਬੁੱਕ ਕਰ ਰਹੇ ਸੀਗੇ ਅਤੇ ਉੱਥੇ ਜਿਹੜੀਆਂ ਜਦੋਂ ਵੀ ਬੁਕਿੰਗ ਕਰਦੇ ਸੀ ਨਾਲ ਦੀ ਨਾਲ ਉਹ ਕਹਿੰਦੇ ਸੀ ਬੁਕਿੰਗ ਖਤਮ ਹੋ ਗਈ ਜੀ, ਬਹੁਤ ਬੱਚੇ ਨੇ ਬੁੱਕ ਕਰ ਲਿਆ। ਇਹਦੀ ਇੱਕ ਮੈਨੂੰ ਇਹਦਾ ਫੋਨ ਆਇਆ ਕਿ ਪਾਪਾ ਸਾਡੀ ਨਾ ਬੁਕਿੰਗ ਹੋ ਗਈ ਹੈ ਅਤੇ ਅਸੀਂ ਹੁਣ ਮਤਲਬ ਆ ਰਹੇ ਹੈਗੇ ਹਾਂ ਵੀ। ਫਿਰ ਮੈਨੂੰ ਅਗਲੇ ਦਿਨ ਉਹਨਾਂ ਦਾ ਆਇਆ ਵੀ ਪਾਪਾ ਉਹ ਸਾਡੀ ਨਾ ਜਿਹੜੀ ਅਸੀਂ ਬੁਕਿੰਗ ਕਰਾਈ ਸੀ ਉਹ ਕੈਂਸਲ ਹੋ ਗਈ, ਕਿਉਂਕਿ ਸਾਨੂੰ ਉਹਦੇ ਨਾਲ ਇੱਕ ਟ੍ਰਾਂਜ਼ਿਟ ਵੀਜ਼ਾ ਲੈਣਾ ਪੈਂਦਾ ਸੀਗਾ ਵੀ ਜਿਹੜੇ ਮੁਲਕ ਦੇ ਵਿੱਚ ਉਹ ਜਾਣੀ ਸੀ ਏਅਰਲਾਈਨਸ, ਤਾਂ ਉਸ ਮੁਲਕ ਤੋਂ ਉੱਥੇ ਜਾ ਕੇ ਉੱਥੇ ਜਹਾਜ਼ ਬਦਲਦਾ ਹੈ ਅਤੇ ਉਹ ਜਹਾਜ਼ ਬਦਲਣ ਦਾ ਅਤੇ ਉੱਥੇ ਕੁਛ ਸਮਾਂ ਏਅਰਪੋਰਟ 'ਤੇ ਰਹਿਣ ਵਾਸਤੇ ਕੋਈ ਵੀਜ਼ਾ ਲੱਗਦਾ ਸਪੈਸ਼ਲ, ਉਹਨੂੰ ਕੋਈ ਟ੍ਰਾਂਜ਼ਿਟ ਵੀਜ਼ਾ ਜਾਂ ਇਸ ਤਰ੍ਹਾਂ ਦਾ ਨਾਂ ਦੇ ਨਾਲ ਕਹਿੰਦੇ। ਅਤੇ ਉਹ ਕਹਿੰਦੇ ਵੀ ਸਾਡਾ ਉਹ ਵੀਜ਼ੇ ਦਾ ਟਾਈਮ ਖਤਮ ਹੋ ਗਿਆ ਅਤੇ ਸਾਨੂੰ ਉਹ ਵੀਜ਼ੇ ਨਾ ਮਿਲਣ ਕਰਕੇ ਸਾਡੀ ਟਿਕਟ ਵੀ ਕੈਂਸਲ ਹੋ ਗਈ। ਫਿਰ ਉਹਨਾਂ ਨੇ ਅਗਲੇ ਦਿਨ ਬੁਕਿੰਗ ਕਰਦੇ ਆ, ਉਹ ਜਿਹੜੀ ਕੰਪਨੀ ਨੇ ਬੁਕਿੰਗ ਕਰਾਤੀ, ਕਨਫਰਮ ਵੀ ਹੋ ਗਈ, ਲੇਕਿਨ ਬਾਅਦ ਵਿੱਚ ਉਹ ਜਿਹੜੀ ਏਅਰਲਾਈਨ ਸੀਗੀ ਉਹ ਕਹਿੰਦੀ ਵੀ ਅਸੀਂ ਜਾ ਨਹੀਂ ਸਕਦੇ ਜਾਂ ਕੋਈ ਕਾਰਨ ਉਹਨਾਂ ਨੇ ਕੀਤੀ, ਉਹ ਟਿਕਟ ਵੀ ਰੱਦ ਹੋ ਗਈ। ਜਦੋਂ 2 ਵਾਰੀ ਟਿਕਟਾਂ ਰੱਦ ਹੋ ਗਈਆਂ ਤਾਂ ਬੱਚਿਆਂ 'ਚ ਹੋਰ ਇਰੀਟੇਸ਼ਨ ਹੋ ਗਈ ਵੀ ਅਸੀਂ ਕੀ ਕਰੀਏ। ਇਹਦੇ ਦੌਰਾਨ ਪਿਛਲੀ ਮੇਰੇ ਸਾਲ 17 18 ਜਾਂ 19 ਦੇ ਵਿੱਚ ਮੈਂ ਖਬਰਾਂ ਸੁਣ ਰਿਹਾ ਸੀ ਤਾਂ ਬੱਚਿਆਂ ਨੂੰ ਮੈਂ ਵੇਖਿਆ ਵੀ ਜਿਹੜੀ ਇੰਡੀਅਨ ਗੌਰਮੈਂਟ ਵੱਲੋਂ ਵੀ ਆ ਗਿਆ ਵੀ ਅਸੀਂ ਇੱਥੋਂ 3 ਜਹਾਜ਼ ਭੇਜ ਰਹੇ ਹਾਂ ਵੀ ਜਿਹੜੇ ਉੱਥੋਂ ਬੱਚਿਆਂ ਨੂੰ ਲੈ ਕੇ ਆਉਣਗੇ। ਤਾਂ ਬੜਾ ਚੰਗਾ ਲੱਗਾ ਯਾਰ, ਸਰਕਾਰ ਜਿਹੜੀ ਹੈਗੀ 3 ਜਹਾਜ਼ ਭੇਜ ਰਹੀ ਹੈ। ਉਹਨਾਂ ਬੱਚਿਆਂ ਨੂੰ ਮੈਂ ਉਸੇ ਵੇਲੇ ਉਹ ਖਬਰ ਦੀ ਜਿਹੜੀ ਕਲਿੱਪ ਉੱਧਰ ਭੇਜੀ ਵੀ ਆਹ ਇੰਡੀਅਨ ਗੌਰਮੈਂਟ, ਪਰ ਉਹ ਆਂਦੇ ਵੀ ਉਹ ਕਾਫੀ ਸਾਰਾ ਉਹਨਾਂ ਨੇ ਵੇਟ ਕੀਤਾ, ਕਹਿੰਦੇ ਵੀ ਜਿਹੜੀ ਉੱਥੋਂ ਦੀ ਇੰਡੀਅਨ ਅੰਬੈਸੀ ਹੈ ਉਸ ਅੰਬੈਸੀ ਵੱਲੋਂ ਕੋਈ ਅਫੀਸ਼ੀਅਲ ਇਸ ਤਰ੍ਹਾਂ ਦੀ ਕੋਈ ਪੋਸਟ ਨਹੀਂ ਪਾਏਗੀ ਵੀ ਸਾਡੇ 3 ਜਹਾਜ਼ ਆ ਰਹੇ ਆ, ਤੁਸੀਂ ਬੇਫਿਕਰ ਹੋ ਜਾਓ ਵੀ ਅਸੀਂ ਤੁਹਾਨੂੰ ਲੈ ਕੇ ਜਾਂਦੇ ਰਹਾਂਗੇ। ਪਰ ਉਹਨਾਂ ਦੀ ਜਿਹੜੀ ਇੰਡੀਆ ਦੇ ਵਿੱਚੋਂ ਫਲਾਈਟਸ ਜਾਣ ਦੀ ਸੀਗੀ ਤਾਂ ਉਹਨਾਂ ਦੀ ਜਦੋਂ ਬੁਕਿੰਗ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀਆਂ ਟਿਕਟਾਂ ਹੀ ਇੰਨੀਆਂ ਮਹਿੰਗੀਆਂ ਕਿ ਉਹ ਜਿਹੜਾ ਆਮ ਬੰਦਾ ਹੈ ਜਿਹੜਾ ਮਸਾਂ ਹੀ ਫੀਸ ਇਕੱਠੀ ਕਰਕੇ ਸਾਲ ਦੀ ਭੇਜਦਾ ਅਤੇ ਉਹਨੂੰ ਇਹ ਲੱਗਦਾ ਹੈਗਾ ਕਿ ਮੈਂ ਹੁਣ 80,000 ਜਾਂ ਲੱਖ ਰੁਪਏ ਜਾਂ 60,000 ਦੇ ਵਿੱਚ ਟਿਕਟ, ਕਿਉਂਕਿ ਜਿਹੜੇ ਯੂਕਰੇਨ ਦੀ ਜਦੋਂ ਇਹ ਪਹਿਲੀ ਵਾਰੀ ਬੱਚੇ ਗਏ ਆ ਤਾਂ 15,000 ਦੀਆਂ ਟਿਕਟਾਂ ਲਈਆਂ। ਹੁਣ 15,000 ਦੀ ਟਿਕਟ ਇੰਡੀਆ ਦੇ ਵਿੱਚ ਜਿਹੜੀ ਜਾਣ ਦੇ ਵਿੱਚ ਵੀ ਇੰਨਾ ਹੀ ਖਰਚਾ ਹੁੰਦਾ, ਲੇਕਿਨ ਉਸ ਤੋਂ ਬਾਅਦ ਕੀ ਹੋਇਆ ਵੀ ਪਾਕਿਸਤਾਨ ਦਾ ਅਤੇ ਇੰਡੀਆ ਦਾ ਆਪਸ ਵਿੱਚ ਝਗੜਾ ਵਧਣ ਕਰਕੇ ਜਿਹੜੀਆਂ ਪਾਕਿਸਤਾਨ ਨੇ ਸਾਡੀਆਂ ਉਡਾਣਾਂ ਜਿਹੜੀਆਂ ਉੱਪਰ ਦੀ ਜਾਂਦੀਆਂ ਸੀ ਉਹਨਾਂ ਨੂੰ ਰੋਕ ਲਾਤੀ। ਉਹ ਉੱਤੇ ਰੋਕ ਲੱਗਣ ਦੇ ਕਾਰਨ ਜਿਹੜੀਆਂ ਇੰਡੀਅਨ ਜਿਹੜੀਆਂ ਏਅਰਲਾਈਨਸ ਹੈ ਉਹ ਬੰਬੇ ਵਗੈਰਾ ਹੋ ਕੇ ਅਤੇ ਹਿੰਦ ਮਹਾਸਾਗਰ ਵਾਲੇ ਪਾਸੇ ਦੀ ਜਾਂਦੀਆਂ ਅਤੇ ਇਹਦੇ ਨਾਲ ਉਹਨਾਂ ਦਾ ਰੂਟ ਵੱਧ ਗਿਆ ਅਤੇ ਉਹਨਾਂ ਦਾ ਰੇਟ ਵੀ ਵਧਣਾ ਸੀਗਾ, ਖਰਚਾ ਵੱਧ ਪੈਣ ਲੱਗ ਪਿਆ। ਚਲੋ 30-35 ਹਜ਼ਾਰ ਤੱਕ ਦਾ ਉਹਦਾ ਜਦੋਂ ਅਗਲੀਆਂ ਆਏ 18 ਤੋਂ ਬਾਅਦ ਜਦੋਂ ਬੱਚੇ ਆਏ ਤਾਂ ਸਾਨੂੰ ਲੱਗਿਆ ਵੀ ਚਲੋ ਕੋਈ ਗੱਲ ਨਹੀਂ ਭਾਈ, ਹੁਣ ਜਿਹੜਾ ਆਉਣਾ ਤਾਂ ਹੈ ਹੀ ਹੈ। ਪਰ ਹੁਣ 80,000 ਰੁਪਈਆ ਉਸੇ ਟਿਕਟ ਦਾ ਜਿਹੜਾ ਹੈਗਾ ਇਹ ਸਾਡੀਆਂ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਕੰਪਨੀਆਂ ਸਮਝ ਲਓ ਵੀ ਉਹ ਚਾਰਜ ਕਰ ਰਹੀਆਂ ਸੀ, ਜੋ ਬੱਚਿਆਂ ਨੇ ਦੱਸਿਆ ਸਾਨੂੰ। ਬੱਚਿਆਂ ਦੀ ਮਤਲਬ ਕਿ ਜਿਹੜੀ ਹੈਗੀ ਹੈ ਟਿਕਟ ਤਾਂ ਮਹਿੰਗੀ ਹੋ ਗਈ ਅਤੇ ਜਿਹੜੇ ਸੇਫ ਮਤਲਬ ਕਿ ਇੰਡੀਆ ਜਾ ਕੇ ਹੋਣਗੇ। ਹਾਂ ਬਿਲਕੁਲ ਇਵੇਂ ਹੋਣਗੇ। ਹੁਣ ਉੱਥੇ ਇੱਕ ਏਅਰ ਅਸਥਾਨਾ ਹੈ, ਜਦੋਂ ਬੱਚੇ ਭਰ ਰਹੇ ਸੀਗੇ ਤਾਂ ਹੁਣ ਏਅਰ ਅਸਥਾਨਾ ਜਿਹੜੀ ਹੈਗੀ ਆ ਉਹ ਹੈ ਤਾਂ ਕਿਸੇ ਏਸ਼ੀਅਨ ਕੰਟਰੀ ਦੀ ਹੈ, ਲੇਕਿਨ ਉਹ ਇੰਡੀਆ ਦੇ ਵਿੱਚੋਂ ਅਕਸਰ ਉਹਨਾਂ ਦਾ ਜਿਹੜਾ ਆਉਣ ਜਾਣ ਬਣਿਆ ਰਹਿੰਦਾ ਹੈ ਅਤੇ ਉਹਦੀ ਜਿਹੜੀਆਂ ਟਿਕਟਾਂ ਉਹਨਾਂ ਨੇ ਬੁੱਕ ਕਰਾਈਆਂ। ਹੁਣ ਉਹਦੇ ਵਿੱਚ ਉਹਨਾਂ ਨੂੰ ਜਿਹੜੀ ਟਿਕਟ ਮਿਲੀ ਹੈ ਉਹ ਤਕਰੀਬਨ ਜੈਨੂਅਨ ਦੇ ਰੇਟ ਹੀ ਹੈ ਵੀ 30-35 ਹਜ਼ਾਰ ਦੇ ਵਿੱਚ ਹੀ ਮਿਲੀ ਹੈ, ਲੇਕਿਨ ਉਹਦੇ ਵਿੱਚ ਰਸਤੇ 'ਚ ਰੁਕਣ ਦਾ ਬਹੁਤ ਲੰਮਾ ਗੈਪ ਹੈ, ਮਤਲਬ 30-32 ਘੰਟੇ ਰਸਤੇ 'ਚ ਕਿਤੇ ਰੁਕਣਾ ਉਹਨਾਂ ਜਹਾਜ਼ ਨੇ, ਫਿਰ ਕਿਤੇ ਇੰਡੀਆ 'ਚ ਆਉਣਾ। ਹੁਣ ਸਾਨੂੰ ਚਲੋ ਇਹ ਬੱਚਿਆਂ ਨੂੰ ਇਹ ਲੱਗਿਆ ਵੀ ਜਿਹੜਾ ਘੱਟੋ ਘੱਟ ਆਪਾਂ ਇੱਕ ਵਾਰੀ ਯੂਕਰੇਨ 'ਚੋਂ ਤਾਂ ਨਿਕਲ ਆਵਾਂਗੇ ਅਤੇ ਜੇ ਕਿਤੇ ਰਹਿਣਾ ਵੀ ਪੈਂਦਾ ਤਾਂ ਉਹ ਆ ਜਾਵਾਂਗੇ। ਹੁਣ ਜਿੰਨੀ ਦੇਰ ਤੱਕ 24 ਤਰੀਕ ਦੀ ਹੁਣ ਇਹਨਾਂ ਦੀ ਬੁਕਿੰਗ ਹੋਈ ਹੈ ਵੀ ਜਿੰਨੀ ਦੇਰ ਤੱਕ ਇਹ 24 ਨੂੰ ਬੱਚੇ ਜਹਾਜ਼ ਚੜ੍ਹ ਨਹੀਂ ਜਾਂਦੇ ਅਤੇ ਉਨੀ ਦੇਰ ਤੱਕ ਇਹੀ ਹੈ ਕਿਤੇ ਫਿਰ ਨਾ ਕੈਂਸਲ ਹੋ ਜੇ। ਹੋਰ ਮੈਂ ਸਮਝਦਾ ਕਿ ਚਲੋ ਬੱਚਿਆਂ ਦੇ ਗਰੇ ਆ, ਕਿਸੇ ਦੇ ਵੱਸ ਦੀ ਗੱਲ ਨਹੀਂ, ਨਾ ਤਾਂ ਭਾਰਤ ਸਰਕਾਰ ਦੇ ਵੱਸ ਦੀ ਗੱਲ ਹੈ ਅਤੇ ਨਾ ਕਿਸੇ ਯੂਕਰੇਨ ਦੀ, ਲੇਕਿਨ ਜੋ ਕੁਛ ਵੀ ਵਾਪਰ ਰਿਹਾ ਹੈਗਾ ਵੀ ਇੱਕ ਵੱਖਰੇ ਤਰ੍ਹਾਂ ਦਾ। ਲੇਕਿਨ ਫਿਰ ਵੀ ਮੈਂ ਸਮਝਦਾ ਵੀ ਜਿਹੜੀ ਭਾਰਤ ਸਰਕਾਰ ਹੈ ਉਹਦੇ ਘੱਟੋ ਘੱਟ 20,000 ਬੱਚਾ ਅਤੇ ਵੀ ਉਹਨਾਂ ਨੂੰ ਇਹ ਫੈਸਲਾ ਮਹੀਨਾ ਪਹਿਲਾਂ ਹੀ ਉੱਥੋਂ ਦੀਆਂ CID ਵਗੈਰਾ ਜੋ ਹੈਗੇ ਉਹਨਾਂ ਦੀਆਂ ਰਿਪੋਰਟਾਂ ਲੈ ਕੇ ਇਹਦੇ ਬਾਰੇ ਉਹਨਾਂ ਨੂੰ ਸੋਚ ਲੈਣਾ ਚਾਹੀਦਾ, ਔਰ ਜੋ ਜੈਨੂਅਨ ਰੇਟ ਦੇ ਉੱਤੇ ਹੈ ਉਹ ਬੱਚਿਆਂ ਨੂੰ ਉੱਥੋਂ ਲਿਆਉਣਾ ਚਾਹੀਦਾ ਵੀ ਮੈਂ ਭਰ ਦੂੰ ਫੀਸ। ਕਈ ਪਰਿਵਾਰ ਇਹੋ ਜਿਹੇ ਵੀ ਜਿਹੜੇ ਫੀਸ ਵੀ ਮਸਾਂ ਦੇ ਰਹੇ ਨੇ। ਹੁਣ ਤੁਹਾਡੇ ਮਨ 'ਚ ਕੋਈ ਆਸ ਵਧੀ ਵੀ ਸਾਡੀ ਬੇਟੀ ਸਾਡੇ ਕੋਲ? ਹਾਂ ਬਿਲਕੁਲ, ਹੁਣ ਉਮੀਦ ਹੈ ਵੀ ਜਿਵੇਂ ਹੁਣ ਟਿਕਟ ਬੁੱਕ ਹੋਈ ਆ ਤਾਂ ਆਸਵੰਦ ਤਾਂ ਹੈਗੇ ਆ।
ਬੱਚੇ ਕਈ ਆ ਵੀ ਗਏ ਆ ਬੱਚੇ ਮਤਲਬ ਵਿੱਚੋਂ ਤੁਹਾਡੀ ਬੇਟੀ ਨਾਲ ਡੇਲੀ ਡੇਲੀ ਬਸ WhatsApp ਕਾਲ ਵਗੈਰਾ ਹੋ ਜਾਂਦੀ ਹੈ ਅਤੇ ਬੱਚਿਆਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਤਕਰੀਬਨ ਡੇਲੀ ਮੈਨੂੰ, ਕਿਉਂਕਿ ਉੱਥੋਂ ਦਾ ਕੋਈ ਟਾਈਮ ਦਾ ਕੋਈ ਬਹੁਤਾ ਨਹੀਂ ਹੈ। ਅੱਜ ਕੱਲ੍ਹ WhatsApp 'ਤੇ ਬੱਚੇ ਨਾਲ ਵੀਡੀਓ ਕਾਲ ਵੀ ਹੋ ਜਾਂਦੀ ਹੈ। ਅਸੀਂ ਖੈਰ ਇੰਨਾ ਮਤਲਬ ਐਂ ਕਹਿ ਦਈਏ ਅਸੀਂ ਬਹੁਤ ਜ਼ਿਆਦਾ ਨਿਰਾਸ਼ ਹਾਂ ਇਹ ਨਹੀਂ, ਲੇਕਿਨ ਅਸੀਂ ਆਸਵੰਦ ਹੈਗੇ ਵੀ ਬੱਚੇ ਆਉਣਗੇ, ਵੀ ਲੜਾਈ ਨਹੀਂ ਲੱਗੂਗੀ। ਪਰ ਮੀਡੀਆ ਦੇ ਵਿੱਚ ਜੋ ਕੁਛ ਵਿਖਾਇਆ ਜਾ ਰਿਹਾ ਭਾਅ ਜੀ ਵੀ ਉਹ ਬਹੁਤ ਡਰਾਉਣਾ ਹੈਗਾ। ਮਤਲਬ ਉੱਥੋਂ ਇਹ ਲੱਗਦਾ ਹੈ ਕਿ ਵਾਕਿਆ ਹੀ ਬਹੁਤ ਭਿਆਨਕ ਹਾਲਤਾਂ ਬਣੀਆਂ ਹੋਈਆਂ। ਪਰ ਬੱਚੇ ਜੋ ਦੱਸਦੇ ਨੇ ਉਹ ਕਹਿੰਦੇ ਵੀ ਪਾਪਾ ਜਿੰਨਾ ਕੁਛ ਦੱਸ ਰਹੇ ਨੇ ਵੀ ਉਹੋ ਜਿਹਾ ਉਨੀਆਂ ਹਾਲਤਾਂ ਪਹਾੜੀਆਂ ਹੈ ਨਹੀਂ। ਅਤੇ ਹੋ ਸਕਦਾ ਗੌਰਮੈਂਟ ਇੰਡੀਅਨ ਗੌਰਮੈਂਟ ਇਹੀ ਸੋਚਦੀ ਹੋਵੇ ਵੀ ਐਕਚੁਅਲੀ ਹਾਲਤ ਇੰਨੀ ਹੈ ਨਹੀਂ ਗੀ, ਲੇਕਿਨ ਉਹਨਾਂ ਨੂੰ ਘੱਟੋ ਘੱਟ ਫਿਰ ਮੀਡੀਆ ਨੂੰ ਜ਼ਰੂਰ ਵਰਤਣਾ ਚਾਹੀਦਾ ਵੀ ਜਿਹੜੀਆਂ ਤੁਸੀਂ ਖਬਰਾਂ ਦੇ ਰਹੇ ਆ ਵੀ ਉਹ ਉਨੀ ਕੁ ਟੂ ਦੀ ਪੁਆਇੰਟ ਹੀ ਖਬਰ ਦਿਓ, ਨਾ ਕਿ ਤੁਸੀਂ ਜਹਾਜ਼ ਚੜ੍ਹਾਤਾ ਉੱਤੇ ਉਤਾਰਤਾ ਉੱਥੇ ਗੋਲੇ ਸਿੱਟਦੇ ਵਿਖਾਤੇ। ਉਹ ਜਦੋਂ ਗੋਲੇ ਸਿੱਟਦੇ ਜਦੋਂ ਵਿਖਾਉਂਦੇ ਆ ਜਹਾਜ਼ਾਂ ਦੀ ਵੀਡੀਓ ਵਗੈਰਾ ਪੁਰਾਣੀਆਂ ਕੋਈ ਵੀਡੀਓ ਵਿਖਾਉਂਦੇ ਨੇ ਤਾਂ ਲੋਕਾਂ ਨੂੰ ਇਹ ਲੱਗਦਾ ਵਾਕਈ ਉੱਥੇ ਯੂਕਰੇਨ 'ਚ ਡਿੱਗ ਰਹੇ ਨੇ ਗੋਲੇ, ਅਤੇ ਉਹਦੇ ਨਾਲ ਲੋਕਾਂ 'ਚ ਡਰ ਪੈਦਾ ਹੋ ਰਿਹਾ, ਟੈਰਰ ਪੈਦਾ ਹੋ ਰਿਹਾ। ਦੇਖੋ ਜੇ 24 ਨੂੰ ਚੱਲਦੀ ਹੈ ਤਾਂ ਉਹਦੀ ਵੈਸੇ ਤਾਂ ਇਹ 6-7 ਘੰਟਿਆਂ ਦਾ ਰਸਤਾ ਹੀ ਆ, ਕੋਈ ਬੜਾ ਦੂਰ ਨਹੀਂ ਹੈਗਾ ਯੂਕਰੇਨ ਇੰਡੀਆ ਤੋਂ। ਪਰ ਉਹਨਾਂ ਦੇ ਉੱਥੇ 30-32 ਘੰਟੇ ਦਾ ਸਟੇ ਹੈ ਉਸ ਦਾ ਵਿੱਚੋਂ 1-2 ਥਾਵਾਂ 'ਤੇ ਰਲ ਕੇ, ਕੋਈ 10-11 ਘੰਟੇ ਦਾ ਇੱਕ ਥਾਂ 'ਤੇ ਹੈ, 11-12 ਘੰਟੇ ਦਾ ਇੱਕ ਥਾਂ 'ਤੇ। ਅਤੇ ਵੀ ਮੇਰੇ ਹਿਸਾਬ ਨਾਲ ਵੀ ਘੱਟੋ ਘੱਟ ਉਹ ਜਿਹੜੀ ਹੈ 26 ਤਰੀਕ ਨੂੰ ਇੱਥੇ ਉਹ ਮਤਲਬ ਆਊਗੀ। ਵੀ ਮੇਰਾ ਇੱਕ ਇਹ ਵੀ ਸੰਦੇਸ਼ ਦੇਣਾ ਚਾਹੁੰਦਾ ਭਾਰਤ ਸਰਕਾਰ ਨੂੰ, ਬੇਨਤੀ ਵੀ ਹੈ ਵੀ ਜਿਹੜੀਆਂ ਮੈਡੀਕਲ ਸਿੱਖਿਆ ਦੀਆਂ ਇੱਥੇ ਜਿਹੜੀ ਬਹੁਤ ਮਹਿੰਗੀ ਹੈ, ਔਰ ਜਿਹੜੀਆਂ ਪ੍ਰਾਈਵੇਟ ਇੰਸਟੀਚਿਊਟ ਹੈ ਜਿਹੜੇ ਮੈਡੀਕਲ ਦੀ ਸਿੱਖਿਆ ਦੇ ਰਹੇ ਆ ਵੀ ਉਹ ਇੰਨੀਆਂ ਵੱਡੀਆਂ ਫੀਸਾਂ ਉਹ ਲੈਂਦੇ ਨੇ ਕਿ ਬੱਚਿਆਂ ਨੂੰ ਜਿਹੜਾ ਹੈਗਾ ਮਜਬੂਰਨ ਬਾਹਰਲੇ ਮੁਲਕਾਂ 'ਚ ਪੜ੍ਹਨਾ ਪੈ ਰਿਹਾ। ਵੀ ਜਿਵੇਂ ਮਤਲਬ ਮੇਰੀ ਬੇਟੀ ਦੀ ਗੱਲ ਸੀ ਵੀ ਮੇਰੀ ਬੇਟੀ ਨੂੰ ਇੱਥੇ ਸੀਟ ਮਿਲ ਰਹੀ ਸੀਗੀ, ਅਸੀਂ ਨਹੀਂ ਲਈ ਕਿਉਂਕਿ ਇੱਥੇ ਫੀਸ ਹੀ ਬਹੁਤ ਜ਼ਿਆਦਾ ਹੈ। ਜਿਹੜੇ ਕਈ ਬੱਚੇ ਇਹੋ ਜਿਹੇ ਵੀ ਜਿਨ੍ਹਾਂ ਦਾ ਰੈਂਕ ਨੀਟ ਦਾ ਬਹੁਤ ਥੋੜ੍ਹਾ ਸੀਗਾ ਅਤੇ ਉਹਨਾਂ ਨੂੰ ਮਿਲ ਹੀ ਨਹੀਂ ਸਕਦੀ ਸੀ, ਉਹਨਾਂ ਦੇ ਉਹ ਫੀਸਾਂ ਭਰ ਸਕਦੇ ਸੀਗੇ, ਲੇਕਿਨ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਭੇਜਤਾ। ਉਹਨਾਂ ਦੇ ਚਲੋ ਇਹ ਮੰਨਿਆ ਜਾ ਸਕਦਾ ਵੀ ਉਹਨਾਂ ਨੂੰ ਇੱਥੇ ਸੀਟ ਨਹੀਂ ਮਿਲਦੀ। ਜਿਹੜੇ ਬੱਚੇ ਨੂੰ ਇੱਥੇ ਸੀਟ ਮਿਲੀ ਹੋਈ ਹੈ ਜਾਂ ਮਿਲ ਰਹੀ ਹੈ ਉਹ ਵੀ ਜੇ ਬਾਹਰ ਜਾਂਦੇ ਤਾਂ ਇਹਦਾ ਮਤਲਬ ਉਹ ਫਿਕਰਮੰਦੀ ਵਾਲੀ ਗੱਲ ਹੈ ਵੀ ਜੇ ਇੱਥੇ ਮਤਲਬ ਤੁਸੀਂ ਜਿਹੜਾ ਯੂਕਰੇਨ ਹੈ ਮੁਲਕ, ਉਹਦੇ 'ਚ ਬਹੁਤ ਮੈਡੀਕਲ ਯੂਨੀਵਰਸਿਟੀਆਂ, ਬਹੁਤ ਕਾਲਜ ਹੈ, ਉਹਨਾਂ ਦਾ ਇੱਕ ਬਿਜ਼ਨਸ ਹੈ ਵੀ ਸਾਡੇ ਦੇਸ਼ ਦੇ ਵਿੱਚ ਵੀ ਬਿਜ਼ਨਸ ਹੋ ਸਕਦਾ ਹੈ। ਸਾਡੇ ਦੇਸ਼ ਦੇ ਵਿੱਚ ਵੀ ਲੋਕ ਡਿਗਰੀ ਕਰਨ ਵਾਸਤੇ ਬਾਹਰਲੇ ਮੁਲਕਾਂ 'ਚੋਂ ਆ ਸਕਦੇ, ਲੇਕਿਨ ਉਹ ਜੇ ਉਹਨੂੰ ਸਸਤਾ ਕਰ ਦਿਓ ਤੁਸੀਂ। ਹੁਣ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਮੈਡੀਕਲ ਕਰਾਉਂਦੀਆਂ ਵੀ ਉਹਨਾਂ ਦੇ 1 ਕਰੋੜ ਦੇ ਵਿੱਚ ਇੱਕ MBBS ਦੇ 5 ਸਾਲਾਂ ਦਾ ਕੋਰਸ ਕੰਪਲੀਟ ਹੁੰਦਾ। ਹੁਣ ਮੈਂ ਇੱਕ ਮੋਟਾ ਜਿਹਾ ਹਿਸਾਬ ਲਾਉਣਾ ਹੈਗਾ ਵੀ ਜਿਵੇਂ ਜੋ ਮੀਡੀਆ ਦੇ ਵਿੱਚ ਦੱਸਿਆ ਗਿਆ ਪਿਛਲੇ ਦਿਨਾਂ 'ਚ ਵੀ ਘੱਟੋ ਘੱਟ 20,000 ਬੱਚਾ ਜਿਹੜਾ ਇੰਡੀਆ ਦਾ ਯੂਕਰੇਨ 'ਚ ਪੜ੍ਹਦਾ, ਅਤੇ ਜੇ ਆਪਾਂ ਉਹਨਾਂ ਦੀ ਫੀਸ ਜਿਵੇਂ ਅਸੀਂ 4 ਲੱਖ ਰੁਪਈਆ ਫੀਸ ਭਰਦੇ ਹਾਂ ਅੰਦਾਜ਼ਾ, ਅਤੇ ਉਹਦਾ ਬੇਟੀ ਦਾ ਰੂਮ ਦਾ ਜਿਹੜਾ ਖਰਚਾ ਹੈ $250 ਰੂਮ ਦਾ ਖਰਚਾ ਹੈ ਜੀ, ਇਕੱਲੀ ਜਾਣੇ ਦਾ। $250 ਦੇ ਵਿੱਚ ਇੱਕ ਕਮਰਾ ਮਿਲਦਾ ਹੈ, ਉਹਦੇ ਵਿੱਚ ਬਾਥਰੂਮ ਹੈ, ਫਲੱਸ਼ ਹੈ, ਰਸੋਈ ਹੈ, ਸਾਰਾ ਕੁਛ, ਅਤੇ ਜਿਹੜਾ ਬਾਕੀ ਖਾਣਾ ਪੀਣਾ ਉਹਦਾ ਵੱਖਰਾ। ਉਹ ਲਾ ਕੇ ਤੁਸੀਂ ਤਕਰੀਬਨ 30,000 ਰੁਪਈਆ ਹਰ ਮਹੀਨੇ ਬੱਚੇ ਦਾ ਖਰਚਾ ਤੁਹਾਨੂੰ ਆਉਂਦਾ ਹੈ, ਅਤੇ ਬਾਹਰੋਂ 36 360 ਦਾ ਲਗਭਗ ਬੱਚੇ ਦਾ ਖਰਚਾ ਰਹਿਣ ਦਾ। ਅੱਜ ਵੀ ਹੁਣ ਟਿਕਟਾਂ ਆਉਣ ਜਾਣ ਦਾ ਹੈਗਾ ਉਹ ਇਹ ਤੋਂ ਬਿਨਾਂ, ਤਾਂ ਤਕਰੀਬਨ 8 ਲੱਖ ਰੁਪਈਆ ਮੈਂ ਮੋਟਾ ਜਿਹਾ ਹਿਸਾਬ ਲਾਉਣਾ ਵੀ ਬੱਚਾ 1 ਸਾਲ ਦੇ ਵਿੱਚ ਇੱਕ ਬੱਚਾ ਖਰਚਾ ਕਰ ਦਿੰਦਾ ਯੂਕਰੇਨ ਦੇ ਵਿੱਚ। ਅਤੇ ਜੇ 20,000 ਬੱਚਾ ਹੋਵੇ ਤਾਂ ਤੁਸੀਂ ਲਓ ਵੀ 20,000 ਬੱਚਾ 6 ਲੱਖ ਦੇ ਹਿਸਾਬ ਨਾਲ ਵੀ 1 ਅਰਬ ਤੋਂ ਉੱਪਰ ਜਿਹੜਾ ਭਾਰਤ ਦਾ ਪੈਸਾ ਜਿਹੜਾ ਉਹ ਯੂਕਰੇਨ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਂਦਾ, ਜਾਂ ਉੱਥੋਂ ਦੀਆਂ ਜਿਹੜੀਆਂ ਏਜੰਸੀਆਂ ਉਹਦੀ ਕਮਾਈ ਕਰਦੀਆਂ। ਲੇਕਿਨ ਉਹੀ ਜੇ 1 ਅਰਬ ਤੋਂ ਵੱਧ ਰੁਪਈਆ ਭਾਰਤ ਵਿੱਚ ਹੀ ਖਰਚਿਆ ਜਾਵੇ, ਅਤੇ ਇੱਥੋਂ ਦੀ ਸਾਡੀ ਨਾਲੇ ਤਾਂ ਬੱਚਿਆਂ ਦੀ ਪੜ੍ਹਨ ਦਾ ਜਿਹੜਾ ਉਹਨਾਂ ਦੀ ਰਿਕੁਆਇਰਮੈਂਟ ਆ, ਸਾਡੇ ਕੋਲ ਡਾਕਟਰ ਪੈਦਾ ਹੋ ਸਕਣ, ਵਧੀਆ ਡਾਕਟਰ ਮਿਲਣ ਸਾਨੂੰ, ਨਾਲੇ ਉਹੀ ਜਿਹੜੇ ਹੈਗੇ ਆ ਬੱਚੇ ਇੱਥੇ ਬਹਿ ਕੇ ਜਿਹੜੇ ਦੂਰ ਦਰਾਡੇ ਪਿੰਡਾਂ 'ਚ ਆਪਦਾ ਬਿਜ਼ਨਸ ਕਰਨ। ਹੁਣ ਸਾਨੂੰ ਮਜਬੂਰਨ ਉੱਥੇ ਬੱਚੇ ਭੇਜਣੇ ਪੈ ਰਹੇ ਆ। ਬੱਚਿਆਂ ਨੂੰ ਜਦੋਂ ਭੇਜਦੇ ਆ ਤਾਂ ਉੱਥੇ ਖਰਚਾ ਲੱਗ ਰਿਹਾ, ਉਹ ਜਾਂ ਤਾਂ ਪੈਸਾ ਹੀ ਉੱਥੇ ਜਾ ਰਿਹਾ। ਹੁਣ ਜਿਹੜੇ ਸਾਡੇ ਕਈ ਬੱਚੇ ਬਾਹਰਲੇ ਮੁਲਕਾਂ 'ਚ ਰਹਿਣ ਵਾਸਤੇ ਜਾਂਦੇ ਆ, ਕੈਨੇਡਾ, ਉੱਥੇ ਉਹਨਾਂ ਨੂੰ ਇੱਦਾਂ ਵੀ PR ਹੋ ਜਾਣਗੇ, ਪਰ ਯੂਕਰੇਨ 'ਚ ਤਾਂ PR ਵੀ ਨਹੀਂ ਹੋਣਾ ਚਾਹੁੰਦਾ ਕੋਈ ਵੀ, ਸਿਰਫ ਪੜ੍ਹਨ ਜਾਣਾ। ਅਤੇ ਵੀ ਤੁਹਾਨੂੰ ਗੌਰਮੈਂਟ ਨੂੰ ਮੇਰੀ ਇੱਕ ਬੇਨਤੀ ਹੈ, ਇੱਕ ਨਿਮਾਣੇ ਜਿਹੇ ਬਾਪ ਹੋਣ ਦੇ ਨਾਤੇ, ਇੱਕ ਸ਼ਹਿਰੀ ਹੋਣ ਦੇ ਨਾਤੇ, ਇੱਕ ਵੀ ਸਾਡੇ ਜਿਹੜੇ ਹੈਗਾ ਇੱਥੋਂ ਦੀਆਂ ਸਰਕਾਰਾਂ ਇਹੋ ਜਿਹਾ ਫੈਸਲਾ ਲੈਣ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਵੀ ਉਹਨੂੰ ਜ਼ਰੂਰ ਉਹਨੂੰ ਕੰਟਰੋਲ ਕਰਨ, ਉਹਦੀਆਂ ਫੀਸਾਂ ਦੇ ਉੱਤੇ ਕੋਈ ਇਹੋ ਜਿਹੀ ਕੰਟਰੋਲਿੰਗ ਅਥਾਰਟੀ ਬਣਾਉਣ ਵੀ ਜਿਹੜੀਆਂ ਉਹ ਫੀਸਾਂ ਨੂੰ ਘਟਾਉਣ,
ਉਹਨਾਂ ਦੀਆਂ ਫੀਸਾਂ ਦਾ ਜਿਹੜਾ ਨਜਾਇਜ਼ ਵਾਧਾ ਹੈਗਾ ਵੀ ਇੱਕ 14 ਲੱਖ ਰੁਪਈਆ 20 ਲੱਖ ਰੁਪਈਆ ਇੱਕ ਸਾਲ ਦਾ ਜਿਹੜਾ ਖਰਚਾ ਹੈ ਵੀ ਇਹ ਆਮ ਮਾਪੇ ਦੇ ਵੱਸ ਦੀ ਗੱਲ ਨਹੀਂ ਹੈਗੀ। ਵੀ ਇਸ ਨੂੰ ਪੜ੍ਹਾਈ ਨੂੰ ਸਸਤਾ ਕਰੋ, ਇੰਨਾ ਕੁ ਸਸਤਾ ਕਰੋ ਕਿ ਬੰਦੇ ਜਿਹੜੇ ਹੈਗੇ ਆ ਉਹ ਸੌਖਾ ਭਰ ਸਕਣ। ਘੱਟੋ ਘੱਟ ਜਿਹੜੇ ਯੂਕਰੇਨ ਵਗੈਰਾ ਜਿੰਨੀ ਕੁ ਫੀਸ ਭਰਦੇ ਉਨੀ ਕੁ ਤੁਸੀਂ ਇੱਥੇ ਕਰ ਦਿਓ ਤਾਂ ਇੱਥੇ ਕਦੇ ਬਾਹਰ ਕੋਈ ਜਾਵੇ ਹੀ ਨਾ। ਔਰ ਭਾਰਤ ਦਾ ਪੈਸਾ ਭਾਰਤ 'ਚ ਲੱਗੇ ਔਰ ਇੱਥੇ ਡਾਕਟਰ ਭਰਤੀ ਨੂੰ ਨੌਕਰੀਆਂ ਵੀ ਮਿਲਣ, ਉਹਨਾਂ ਨੂੰ ਪੜ੍ਹਾਉਣ ਵਾਲਿਆਂ ਨੂੰ ਨੌਕਰੀਆਂ ਮਿਲਣ। ਉੱਥੇ ਕਿੰਨਾ ਕੁਛ ਇੱਕ ਯੂਨੀਵਰਸਿਟੀ ਨੂੰ ਜਿਹਦੇ ਬਣਾਉਣ ਦੇ ਵਿੱਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ। ਅੱਜ ਜਿਹੜੀ ਬੇਰੁਜ਼ਗਾਰੀ ਹੈ ਕਿਤੇ ਨਾ ਕਿਤੇ ਉਹਦਾ ਹੱਲ ਨਿਕਲ ਸਕਦਾ ਵੀ ਘੱਟੋ ਘੱਟ 1 ਅਰਬ ਰੁਪਈਆ ਥੋੜ੍ਹਾ ਨਹੀਂ ਹੁੰਦਾ ਗਾ ਮੈਂ ਸਮਝਦਾ ਕਿਸੇ ਮੁਲਕ ਵਾਸਤੇ। ਔਰ ਇਹ ਗਰੀਬ ਮਾਪਿਆਂ ਦਾ ਪੈਸਾ ਜਿਹੜਾ ਕੋਈ ਉੱਧਰ ਏਜੰਸੀਆਂ 'ਚ ਜਾ ਰਿਹਾ। ਮੇਰੇ ਇੰਨਾ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀ ਜੀ।